ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਟਲ ਭੱਟ ਜੀ ਕਹਿੰਦੇ ਹਨ ਕਿ ਸਹਿਜ ਸੁਭਾਅ ਹਰ ਰੋਜ਼ ਗੁਰੂ ਸਾਹਿਬ ਜੀ ਦਾ ਦਰਸ਼ਨ ਕਰੀਏ, ਗੁਰੂ ਸਾਹਿਬ ਜੀ ਦੀ ਸੇਵਾ ਕਰੀਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਗੁਰੂ ਜੀ ਦਾ ਦਰਸ਼ਨ ਕਰਨ ਦੇ ਨਾਲ ਜਨਮ ਤੇ ਮਰਨ ਦਾ ਦੁੱਖ ਚਲੇ ਜਾਂਦਾ ਹੈ, ਨਿਵਿਰਤ ਹੋ ਜਾਂਦਾ। ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਕਥਾ ਲੜੀਵਾਰ ਇਤਿਹਾਸ ਚੱਲ ਰਿਹਾ। ਔਰ ਜਿਸ ਪ੍ਰਕਾਰ ਸਤਿਗੁਰੂ ਜੀ ਮਾਲਵੇ ਦੇ ਵਿੱਚ ਵਿਚਰਦਿਆਂ ਹੋਇਆਂ ਜੋ ਭਗਤਾ ਭਾਈ ਕਾ ਨਗਰ ਹੈ, ਉਸ ਭਗਤੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿੱਪਲ ਦੇ ਦਰਖਤ ਦੇ ਹੇਠਾਂ ਮਹਾਰਾਜ ਸਾਹਿਬ ਜੀ ਨੇ ਪੜਾ ਲਾਇਆ। ਔਰ ਸਤਿਗੁਰੂ ਗਰੀਬ ਨਵਾਜ ਨੇ ਜਿਵੇਂ ਭਾਈ ਬਹਿਲੋ ਜੀ ਦੀ ਬੰਸ ਉਹਨਾਂ ਨੂੰ ਦੀਦਾਰ ਬਖਸ਼ੇ, ਸਤਿਗੁਰੂ ਗਰੀਬ ਨਵਾਜ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ, ਮਹਾਰਾਜ ਸਾਹਿਬ ਜੀ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਈਆਂ। ਹੋਰ ਵੀ ਅਨੇਕਾਂ ਕੌਤਕ ਕੀਤੇ ਜੋ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੀ ਮਹਾਨ ਸੇਵਾ ਕਰਨ ਤੋਂ ਭਾਈ ਬਹਿਲੋ ਜੀ ਉਹਨਾਂ ਨੂੰ ਉਹ ਮਹਾਨ ਸੇਵਾ ਕੀਤੀ ਤੇ ਜੋ 4 ਕੁੰਟਾਂ ਦੇ ਜੋ ਭੂਤ ਪ੍ਰੇਤ ਹਨ ਉਹ ਭਾਈ ਬਹਿਲੋ ਜੀ ਦੇ ਵਸ ਵਿੱਚ ਮਹਾਰਾਜ ਪੰਚਮ ਪਾਤਸ਼ਾਹ ਨੇ ਕੀਤੇ ਸਨ। ਉਹਨਾਂ ਦੇ ਸਰੀਰ ਤਿਆਗਣ ਤੋਂ ਉਹਨਾਂ ਦੀ ਬੰਸ ਦੇ ਪਾਸ ਉਹ ਗੁਪਤ ਰੂਹਾਂ ਰਹਿੰਦੀਆਂ, ਉਹਨਾਂ ਦੇ ਹੁਕਮ ਦੇ ਵਿੱਚ, ਵਸ ਦੇ ਵਿੱਚ, ਆਗਿਆ ਦੇ ਵਿੱਚ, ਕਿਉਂਕਿ ਗੁਰੂ ਪੰਚਮ ਪਾਤਸ਼ਾਹ ਜੀ ਦੀ ਆਗਿਆ ਸੀ। ਭਾਈ ਭਗਤੇ ਦੇ 5 ਪੁੱਤਰ ਤੇ ਉਹਨਾਂ ਦੇ ਅਧੀਨ ਰਹਿ ਕਰਕੇ ਉਹ ਸਾਰੇ ਕਾਰਜ ਕਰਦੇ ਸਨ ਜੋ ਵੀ ਉਹ ਆਗਿਆ ਕਰਦੇ ਸਨ। ਜਿਵੇਂ ਖੂਹ ਲਵਾਉਣ ਦਾ ਜ਼ਿਕਰ ਆਇਆ, ਹੋਰ ਵੀ ਐਸੇ ਕਈ ਕਾਰਜ। ਤਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਮਹਾਰਾਜ ਸਾਹਿਬ ਜੀ ਰਾਤ ਨੂੰ ਬਿਰਾਜੇ ਤਾਂ ਉਹ ਭੂਤ ਪ੍ਰੇਤ ਭਾਈ ਬਹਿਲੋ ਜੀ ਦੇ ਪਰਿਵਾਰ ਦੇ ਵਿੱਚ ਚੱਲ ਪਿਆ, ਜੋ ਉਹਨਾਂ ਗੁਰਮੁਖਾਂ ਦੀ ਸੇਵਾ ਵਿੱਚ ਹਾਜ਼ਰ ਸਨ। ਉਹਨਾਂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਪਾਸ ਪਹੁੰਚ ਕਰਕੇ ਪਲੰਗੇ ਦੇ ਪਾਸ ਤੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਵੀ ਗਰੀਬ ਨਵਾਜ ਕਿਰਪਾ ਕਰੋ, ਸਤਿਗੁਰੂ ਜੀ ਜੋ ਆਪ ਜੀ ਨੇ 5ਵੇਂ ਜਾਮੇ ਦੇ ਵਿੱਚ ਸਾਨੂੰ ਭਾਈ ਬਹਿਲੋ ਜੀ ਦੇ ਅਧੀਨ ਕੀਤਾ ਹੈ, ਅਸੀਂ ਉਹਨਾਂ ਦੀ ਸੇਵਾ 'ਚ ਰਹਿ ਕਰਕੇ ਸਾਰੇ ਕਾਰਜ ਕਰ ਰਹੇ ਹਾਂ, ਪਰ ਹੁਣ ਇਹ ਸਾਡੇ ਤੋਂ ਕੰਮਕਾਰ ਕਰਵਾ ਕੇ ਭਾਈ ਬਹਿਲੋ ਜੀ ਦੀ ਬੰਸ ਵਾਲੇ ਤੇ ਫਿਰ ਜਿੱਥੇ ਸਾਨੂੰ ਇਹ ਇੱਕ ਥਾਂ ਤੇ ਕੈਦ ਕਰ ਦਿੰਦੇ ਹਨ ਤੇ ਸਾਨੂੰ ਨਿਤਾ ਪ੍ਰਤੀ ਜੋ ਆਹਾਰ ਮਿਲਦਾ ਹੈ ਉਹ ਵੀ ਮਹਾਰਾਜ ਪੂਰਾ ਰਜਮਾ ਨਹੀਂ ਤੇ ਹੋਰ ਕੋਈ ਵਸਤੂ ਸਾਡੇ ਹੱਥ ਨਹੀਂ ਆਉਂਦੀ। ਸਾਨੂੰ ਇਹ ਚਣੇ ਦਿੰਦੇ ਹਨ, ਅਸੀਂ ਇੱਥੇ ਰੁਕੇ ਰਹਿੰਦੇ ਹਾਂ, ਬਹੁਤ ਵੱਡਾ ਕਸ਼ਟ ਸਹਾਰਦੇ ਹਾਂ। ਮਹਾਰਾਜ ਰਵਾਂਗੇ ਤੇ ਇਹਨਾਂ ਦੇ ਅਧੀਨ ਹੀ ਆਪ ਜੀ ਦੇ ਬਚਨਾਂ ਅਨੁਸਾਰ, ਪਰ ਇਹਨਾਂ ਦੀ ਕੈਦ ਤੋਂ ਸਾਨੂੰ ਛੁਡਾਓ। ਉਹ ਜਿਵੇਂ ਭੂਤਾਂ ਪ੍ਰੇਤਾਂ ਨੇ ਬੇਨਤੀ ਕੀਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਰਾਤ ਨੂੰ ਜਦੋਂ ਸਤਿਗੁਰੂ ਜੀ ਆਪਣੇ ਪਲੰਘੇ ਤੇ ਚਾਦਰ ਲੈ ਕੇ ਆਪਣੇ ਪਾਵਨ ਸਰੀਰ ਤੇ ਬਿਰਾਜੇ ਹੋਏ ਸਨ, ਉਸ ਮੌਕੇ ਤੇ ਉਹਨਾਂ ਨੇ ਚਰਨਾਂ ਪਾਸ ਖਲੋ ਕਰਕੇ ਬੇਨਤੀ ਕੀਤੀ, ਕਿਉਂਕਿ ਗੁਰੂ ਪਰਮੇਸ਼ਰ ਦੇ ਪਾਸ ਇਕੱਲਾ ਮਨੁੱਖ ਹੀ ਬੇਨਤੀ ਨਹੀਂ ਕਰਦਾ, ਸਾਰੀਆਂ ਜੂਨਾਂ ਬੇਨਤੀ ਕਰਦੇ ਹਨ ਗੁਰੂ ਸਾਹਿਬ ਦੇ ਚਰਨਾਂ ਵਿੱਚ। ਇੱਥੇ ਹਾਥੀ ਦੀ ਵੀ ਸੁਣੀ ਜਾਂਦੀ ਹੈ ਤੇ ਕੀੜੀ ਦੀ ਵੀ ਸੁਣੀ ਜਾਂਦੀ ਹੈ।
ਸਗੋਂ ਕਲਗੀਧਰ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਅੰਮ੍ਰਿਤ ਬਾਣੀ ਵਿੱਚ ਕਿ ਹਾਥੀ ਤੋਂ ਪਹਿਲਾਂ ਕੀੜੀ ਦੀ ਪੁਕਾਰ ਸੁਣੀ ਜਾਂਦੀ। ਉਹਦਾ ਭਾਵ ਅਰਥ ਤਾਂ ਇਹ ਵੀ ਦਿੱਤਾ ਹੈ ਗੁਰਮੁਖਾਂ ਨੇ ਕਿ ਵੱਡੇ ਨਾਲੋਂ ਹੰਕਾਰੀ ਨਾਲੋਂ ਨਿਮਰਤਾ ਵਾਲੇ ਦੀ ਛੇਤੀ ਸੁਣੀ ਜਾਂਦੀ ਹੈ, ਪਹਿਲਾਂ ਸੁਣੀ ਜਾਂਦੀ ਹੈ। ਪਰ ਹਰੇਕ ਜੂਨ ਦੀ ਸੁਣੀ ਜਾਂਦੀ ਹੈ ਸਾਧ ਸੰਗਤ ਵਾਹਿਗੁਰੂ ਜੀ ਦੇ ਚਰਨਾਂ ਪਾਸ। ਪੱਥਰਾਂ ਵਿੱਚ ਵੀ ਜੀਵ ਪੈਦਾ ਕੀਤੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਉਹਨਾਂ ਤੋਂ ਪਹਿਲਾਂ ਉਹਨਾਂ ਦਾ ਭੋਜਨ ਉੱਥੇ ਉਹਨੇ ਪੈਦਾ ਕੀਤਾ ਹੈ। ਤੇ ਜੇ ਭੋਜਨ ਪੈਦਾ ਕੀਤਾ ਹੈ ਤੇ ਉਹਨਾਂ ਦੀ ਸੁਣੀ ਵੀ ਤਾਂ ਜਾਂਦੀ ਹੈ। ਸਹਿਜ ਪੱਥਰ ਮੈਂ ਜੰਤੇ ਉਪਾਏ ਤਾਕਾ ਰੀਕ ਆਗੇ ਕਰ ਧਰਿਆ। ਬੇਨਤੀਆਂ ਵੱਖ-ਵੱਖ ਜੂਨਾਂ ਦੇ ਵਿੱਚ ਵੀ ਹੁੰਦੀਆਂ ਨੇ, ਪਰ ਬੰਧਨ ਜਿਹੜੇ ਆ ਉਹ ਸਤਿਗੁਰੂ ਜੀ ਦੀ ਮੌਜ ਆ। ਮਹਾਰਾਜ ਚਾਹੁਣ ਤਾਂ ਬਾਕੀ ਜੂਨਾਂ ਦੇ ਵੀ ਬੰਧਨ ਕੱਟ ਦਿੰਦੇ ਆ, ਪਰ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਇੱਕੋ ਹੀ ਜੂਨ ਵਾ 84 ਲੱਖ ਦਾ ਸਰਦਾਰ ਮਨੁੱਖ। ਤਾਂ ਹੀ ਮਹਾਰਾਜ ਨੇ ਆਖਿਆ ਨਾ ਅੰਮ੍ਰਿਤ ਬਾਣੀ ਵਿੱਚ ਕਈ ਜਨਮ ਭਏ ਕੀਟ ਪਤੰਗਾ, ਕਿ ਜੂਨਾਂ ਤੇ ਤੂੰ ਅੱਗੇ ਵੀ ਕਈ ਭੋਗੀਆਂ ਕੀੜੇ ਪਤੰਗੇ ਬਣਿਆ। ਕਈ ਜਨਮ ਗਜ ਮੀਨ ਕੁਰੰਗਾ, ਹਾਥੀਆਂ ਦੀਆਂ ਜੂਨਾਂ, ਮੱਛੀਆਂ ਦੀਆਂ ਜੂਨਾਂ, ਕੁਰੰਗਾ ਨਾਮ ਹਿਰਦਾ, ਹਿਰਨ ਦੀਆਂ ਜੂਨਾਂ ਵੀ ਬੰਦਿਆਂ ਤੋਂ ਭੋਗੀਆਂ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਪੰਛੀਆਂ ਦੀਆਂ ਜੂਨਾਂ, ਸੱਪਾਂ ਦੀਆਂ ਜੂਨਾਂ ਭੋਗੀਆਂ। ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜੂਨਾਂ ਵਧੀਆ ਨਸਲ ਦੇ ਘੋੜੇ ਵੀ ਬਣਦਾ ਰਿਹਾ ਤੇ ਬਲਦ ਵੀ ਬਣ ਕੇ ਤੇ ਹਲਪ ਜਾਰੀ ਅੱਗੇ ਚੁੱਕਦਾ ਵੀ ਰਿਹਾ, ਗੱਡਿਆਂ ਅੱਗੇ ਵੀ ਚੁੱਕਦਾ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਕਈ ਜਨਮ ਹੈਵਰ ਬ੍ਰਿਖ ਜੋਇਓ। ਹੈਵਰ ਨਾਮ ਵਧੀਆ ਘੋੜੇ ਦਾ, ਬ੍ਰਿਖ ਨਾਮ ਬਲਦ ਦਾ, ਜੋਇਓ ਨਾਮ ਜੁਪਣ ਦਾ। ਤੇ ਰਹਾਉ ਦੀਆਂ ਤੁਕਾਂ ਚ ਆਖਿਆ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਿ ਹੇ ਬੰਦਿਆ ਹੁਣ ਜਗਤ ਦੇ ਈਸ਼ਵਰ ਨੂੰ ਮਿਲ, ਹੁਣ ਵਾਰੀ ਮਿਲੀ ਤੈਨੂੰ ਮਿਲਣ ਵਾਸਤੇ। ਤੇ ਇਹ ਕਹਿੰਦਾ ਵੀ ਨਹੀਂ ਇਹ ਤਾਂ ਖਾਣ ਪੀਣ ਵਾਸਤੇ ਮਿਲੀ, ਵੀ ਮੌਜਾਂ ਉਡਾਓ, ਖਾਓ ਪੀਓ, ਮੌਜ ਮੇਲੇ ਕਰੋ, ਆ ਜੱਗ ਮਿੱਠਾ ਅਗਲਾ ਕਿਹਨੇ ਦੇਖਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਨਹੀਂ ਇਹ ਵਾਰੀ ਮਿਲੀ ਹੈ। ਤੇ ਵਾਰੀ ਜਿਹੜੀ ਆ ਉਹ ਕਦੇ ਕਦਾਈ ਮਿਲਦੀ ਹੈ, ਵਾਹਿਗੁਰੂ ਦੀ ਮਿਹਰ ਨਾਲ ਮਿਲਦੀ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਗੁਰੂ ਸਾਹਿਬ ਚਾਹੁਣ ਤੇ ਬਾਕੀ ਜੂਨਾਂ ਨੂੰ ਵੀ ਮੁਕਤ ਕਰ ਦਿੰਦੇ। ਪਸ਼ੂ ਪ੍ਰੇਤ ਮੁਕਤ ਕਾ ਉਤਾਰੇ, ਬਾਹਨ ਪਾਰੇ ਉਤਾਰੇ। ਪਰ ਵਿਸ਼ੇਸ਼ ਜਿਹੜੀ ਵਾਰੀ ਉਹ ਇਨਸਾਨ ਨੂੰ ਦਿੱਤੀ ਆ ਰੱਬ ਨੇ, ਵੀ ਇਨਸਾਨੀ ਜਾਮੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਇਹ ਬੇਰਸਾ ਮੱਥਾ ਟੇਕ ਸਕਦਾ, ਮਹਾਰਾਜ ਦੇ ਚਰਨਾਂ ਵਿੱਚ ਆ ਸਕਦਾ। ਬਾਕੀ ਜੁਨੀਆਂ ਥੋੜਾ ਆ ਸਕਦਾ। ਕਿਤੇ ਭੁੱਲਿਆ ਭਟਕਿਆ ਜੇ ਕਿਸੇ ਨੂੰ ਸੋਝੀ ਵੀ ਹੈ, ਕੋਈ ਪੰਛੀ ਆ ਵੀ ਬੜੇ ਇੱਥੇ ਦਰਬਾਰ ਦੇ ਵਿੱਚ ਤੇ ਆਪਾਂ ਹੀ ਨਹੀਂ ਖਲੋਣ ਦੇਣਾ ਵੀ ਕੱਢੋ ਇਹਨੂੰ ਬਾਹਰ, ਤੇ ਕਿੱਧਰ ਆ ਗਿਆ। ਪਸ਼ੂ ਤੇ ਉਂਝ ਹੀ ਨਹੀਂ ਆ ਸਕਦਾ, ਕਿਸੇ ਪਸ਼ੂ ਨੂੰ ਆਉਣ ਦਿੱਤਾ ਜਾਵੇਗਾ ਗੁਰੂ ਕੇ ਦਰਬਾਰ ਵਿੱਚ? ਨਹੀਂ ਆਉਣ ਦਿੱਤਾ ਜਾਵੇਗਾ, ਵਾਰੀ ਨਹੀਂ ਹੈ। ਗੁਰੂ ਸਾਹਿਬ ਚਾਹੁਣ ਤੇ ਪਸ਼ੂਆਂ ਪੰਛੀਆਂ ਦਾ ਵੀ ਉਧਾਰ ਕਰ ਦਿੰਦੇ ਆ। ਪਸ਼ੂ ਪ੍ਰੇਤ ਮੁਕਤ ਕਾ ਉਤਾਰੇ, ਪਾਹਣ ਪਾਰੇ ਉਤਾਰੈ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੈ। ਜਿਵੇਂ ਉਹ ਪ੍ਰੇਤ ਭੂਤਾਂ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਖਲੋ ਕੇ ਬੇਨਤੀ ਕੀਤੀ, ਇੱਥੋਂ ਤੀਕ ਆਪਾਂ ਪਿਛੇ ਗਾਥਾ ਸਰਵਣ ਕੀਤੀ ਸੀ। ਅੱਗੇ ਸ਼ਰਧਾ ਭਾਵਨਾ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਇਹ ਭਗਤਾ ਭਾਈ ਦਾ ਨਗਰ ਮਾਲਵੇ ਵਿੱਚ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ, ਰਾਤ ਦਾ ਸਮਾਂ ਹੈ, ਸਤਿਗੁਰੂ ਜੀ ਜਿਵੇਂ ਬੇਨਤੀ ਸੁਣ ਕਰਕੇ ਉਹਨਾਂ ਦੀ ਬੰਦ ਖਲਾਸੀ ਕਰਨਗੇ। ਸ਼ਰਧਾ ਭਾਵਨਾ ਨਾਲ ਸਰਵਣ ਕਰੀਏ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਬੇਨਤੀ ਕੀਤੀ ਉਹਨਾਂ ਭੂਤਾਂ ਪ੍ਰੇਤਾਂ ਨੂੰ, ਮਹਾਰਾਜ ਆਪ ਜੀ ਦਾ ਇਹ ਇੱਥੇ ਆਉਣਾ ਹੋਇਆ ਹੈ, ਆਪ ਅਚਨਚੇਤ ਇੱਥੇ ਆਏ ਹੋ। ਦਇ ਪਰਮੇਸ਼ਰ ਵਾਹਿਗੁਰੂ ਜੀ ਦੇ ਇਹ ਮਿਲਾਪ ਦੇ ਨਾਲ ਆਪ ਜੀ ਦਾ ਇੱਥੇ ਆਉਣਾ ਹੋਇਆ ਹੈ। ਇਹ ਰੱਬ ਕਸ਼ਟ ਨਾ ਜਾਏ ਹਮਾਰਾ, ਤੇ ਮਹਾਰਾਜ
ਸਾਡਾ ਕਸ਼ਟ ਜਿਹੜਾ ਇਹ ਦੂਰ ਹੋਣਾ ਚਾਹੀਦਾ। ਜੇ ਹੁਣ ਵੀ ਸਾਡਾ ਕਸ਼ਟ ਦੂਰ ਨਾ ਹੋਇਆ ਮੈਂ ਕੌਣ ਸਮਰੱਥ ਛੁਟਾਵੇ। ਤੇ ਫਿਰ ਮਹਾਰਾਜ ਕਿਹਦੇ ਵਿੱਚ ਸਮਰੱਥਾ ਹੈ ਕਿ ਸਾਨੂੰ ਇਸ ਕੈਦ ਵਿੱਚੋਂ ਛੁਡਾਉਣ। ਅਸੀਂ ਮਹਾਰਾਜ ਕੰਮਕਾਰ ਤੇ ਕਰਨਾ ਹੈ ਭਾਈ ਬਹਿਲੋ ਜੀ ਦੀ ਬੰਸ ਦੀ ਆਗਿਆ ਵਿੱਚ ਰਹਿ ਕੇ, ਪਰ ਸਤਿਗੁਰੂ ਜੀ ਸਾਨੂੰ ਇਹ ਕੈਦ ਤੋਂ ਤਾਂ ਛੁਡਾਓ ਨਾ, ਅਸੀਂ ਖੁੱਲੇ ਤਾਂ ਵਿਚਰ ਸਕੀਏ। ਇਸ ਕਰਕੇ ਜੇ ਆਪ ਜੀ ਨੇ ਸਾਡਾ ਕਸ਼ਟ ਨਾ ਦੂਰ ਕੀਤਾ ਤੇ ਫਿਰ ਕੌਣ ਸਮਰੱਥਾ ਵਾਲਾ ਆਵੇਗਾ, ਸਾਨੂੰ ਇਸ ਕੈਦ ਦੇ ਵਿੱਚੋਂ ਕੌਣ ਛੁਡਾਵੇਗਾ। ਮਹਾਰਾਜ ਆਪ ਜੀ ਤੋਂ ਬਿਨਾਂ ਸਾਡਾ ਸੰਕਟ ਨਹੀਂ ਜਾਵੇਗਾ। ਅਸੀਂ ਮਹਾਰਾਜ ਬਹੁਤ ਜ਼ਿਆਦਾ ਦੁੱਖ ਚੱਲ ਰਹੇ ਹਾਂ, ਵਿਖਾਦ ਵਿੱਚ ਪਏ ਹੋਏ ਹਾਂ। ਇਸ ਕਰਕੇ ਅਸੀਂ ਆਪ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਹੈ। ਇਹ ਭੂਤਾਂ ਦੀ ਬੇਨਤੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਣੀ ਹੈ, ਉਹਨਾਂ ਬੇਨਤੀ ਕੀਤੀ ਹੈ ਤੇ ਮਹਾਰਾਜ ਚਾਦਰ ਲੈ ਕੇ ਲੰਮੇ ਪਏ ਹੋਏ ਸਨ। ਉਸ ਮੌਕੇ ਤੇ ਚਰਨਾਂ ਵਾਲੇ ਪਾਸੇ ਖਲੋ ਕੇ ਉਹਨਾਂ ਬੇਨਤੀ ਕੀਤੀ ਹੈ। ਫਿਰ ਮਹਾਰਾਜ ਨੇ ਬਸਤਰ ਲਾਇਆ ਆਪਣੇ ਚਿਹਰੇ ਤੋਂ, ਜਿਹੜੀ ਚਾਦਰ ਲਈ ਸੀ ਨਾ ਉੱਤੇ ਆਪਣੇ ਸਰੀਰ ਤੇ, ਉਹ ਬਸਤਰ ਲਾਇਆ ਗਰੀਬ ਨਵਾਜ ਨੇ ਚਿਹਰੇ ਤੋਂ ਪਾਸੇ ਕੀਤਾ ਹੈ। ਮਹਾਰਾਜ ਨੇ ਧੀਰਜ ਦਿੱਤੀ ਉਹਨਾਂ ਭੂਤਾਂ ਪ੍ਰੇਤਾਂ ਨੂੰ। ਸਤਿਗੁਰੂ ਕਹਿਣ ਲੱਗੇ ਧੀਰਜ ਰੱਖੋ, ਤੁਹਾਡਾ ਕਸ਼ਟ ਜਿਹੜਾ ਉਹ ਦੂਰ ਕਰ ਦਿਆਂਗੇ। ਮਹਾਰਾਜ ਕਹਿੰਦੇ ਸਵੇਰ ਵੇਲੇ ਤੁਹਾਨੂੰ ਛੁਡਾ ਦਿਆਂਗੇ ਇਸ ਕੈਦ ਦੇ ਵਿੱਚ। ਆ ਰਾਤ ਲੰਘ ਜਾਵੇ, ਦਿਨ ਚੜ ਜਾਵੇ ਤੇ ਦਿਨੇ ਤੁਹਾਨੂੰ ਕੈਦ ਤੋਂ ਬਰੀ ਕਰ ਦੇਵਾਂਗੇ, ਕੈਦ ਤੋਂ ਛੁਡਾ ਦੇਵਾਂਗੇ। ਤਾਂ ਇਸ ਤਰ੍ਹਾਂ ਮਹਾਰਾਜ ਨੇ ਆਖਿਆ ਕਿ ਹੁਣ ਤੁਸੀਂ ਚਲੇ ਜਾਓ, ਅਸੀਂ ਸਾਰੀ ਤੁਹਾਡੀ ਜਿਹੜੀ ਗੱਲਬਾਤ ਉਹ ਸੁਣ ਲਈ ਹੈ। ਤੁਸੀਂ ਜੋ ਬੇਨਤੀ ਕੀਤੀ ਹੈ ਤੇ ਅਸੀਂ ਸੁਣ ਲਈ ਹੈ, ਹੁਣ ਤੁਸੀਂ ਜਾਓ। ਇਹ ਸਤਿਗੁਰਾਂ ਦੇ ਵਿੱਚ ਹੀ ਸਮਰੱਥਾ ਹੈ ਸਾਧ ਸੰਗਤ ਜੀ। ਸਤਿਗੁਰੂ ਹਰ ਇੱਕ ਦੀ ਸੁਣਦੇ, ਹਰੇਕ ਦੀ ਬੋਲੀ ਗੁਰੂ ਸਮਝਦੇ। ਸਤਿਗੁਰੂ ਬਿਨਾਂ ਬੋਲਣ ਤੋਂ ਵੀ ਸੁਣ ਲੈਂਦੇ, ਇਕੱਲੇ ਮਨੁੱਖਾਂ ਦੀ ਨਹੀਂ, ਹਰ ਇੱਕ ਦੀ ਸੁਣਦੇ ਜਿਹੜਾ ਵੀ ਬੇਨਤੀ ਕਰਦਾ। ਇਨਸਾਨ ਕਿਤੇ ਹੋਵੇ, ਉਹ ਜਦੋਂ ਬੇਨਤੀ ਕਰਦਾ ਹੈ ਤੇ ਗੁਰੂ ਸਾਹਿਬ ਸੁਣਦੇ ਆ। ਜਿੰਨੀਆਂ ਸੰਗਤਾਂ ਮਹਾਰਾਜ ਦੇ ਦਰਬਾਰ 'ਚ 24 ਘੰਟੇ ਨਮਸਕਾਰਾਂ ਕਰਦੀਆਂ ਹਨ ਤੇ ਸਾਰੀਆਂ ਹੀ ਅਰਦਾਸਾਂ ਕਰਦੇ ਨੇ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਂਦੀਆਂ। ਹੁਣ ਆਪਣੇ ਮਨ ਦੇ ਵਿੱਚ ਹੀ ਬੇਨਤੀ ਹਰ ਇੱਕ ਕਰਦਾ ਹੈ। ਕੁਝ ਗੁਰਸਿੱਖਾਂ ਦੇ ਕੋਲੋਂ ਅਰਦਾਸ ਕਰਾਉਂਦੇ ਆ, ਕੁਝ ਆਪੇ ਹੀ ਕਰਦੇ ਆਪਣੇ ਮਨ ਦੇ ਵਿੱਚ, ਤੇ ਗੁਰੂ ਸਾਹਿਬ ਹਰ ਇੱਕ ਦੀ ਸੁਣਦੇ ਹਰ ਇੱਕ ਦੀ ਆ, ਪਰ ਮੰਨਣੀ ਕਿਹਦੀ ਆ? ਇਹ ਵੀ ਮਹਾਰਾਜ ਦੀ ਆਪਣੀ ਮੌਜ ਆ। ਇਹ ਆਪ ਮਹਾਰਾਜ ਆਪਣੇ ਭਾਣੇ ਦੇ ਮਾਲਕ ਆ, ਸੁਣਦੇ ਹਰ ਇੱਕ ਦੀ ਬੇਨਤੀ ਆ, ਤੇ ਮੰਨਣੀ ਹੈ ਜਾਂ ਨਹੀਂ ਮੰਨਣੀ ਇਹ ਮਹਾਰਾਜ ਦੀ ਮਰਜ਼ੀ ਹੈ। ਕਿਉਂਕਿ ਬੇਨਤੀ ਕੀਤੀ ਨਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਤੇ ਸੁਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਆ ਵੀ ਕਿਸ ਦੀ ਬੇਨਤੀ ਪ੍ਰਵਾਨ ਕਰਨੀ ਹੈ, ਕਿਸ ਦੀ ਹਲੇ ਨਹੀਂ ਕਰਨੀ, ਪਰ ਸੁਣਦੇ ਹਰ ਇੱਕ ਦੀ ਤੇ ਜਾਣਦੇ ਵੀ ਸਭ ਕੁਝ ਬਿਨਾਂ ਬੋਲਣ ਤੋਂ। ਇਹ ਜ਼ਰੂਰੀ ਨਹੀਂ ਕਿ ਉੱਚੀ ਉੱਚੀ ਬੋਲ ਕੇ ਦੱਸਿਆ ਜਾਵੇ ਤਾਂ ਹੀ ਸੁਣਦੇ। ਜੇ ਤਾਂ ਉੱਚੀ ਬੋਲ ਕੇ ਦੱਸਣ ਨਾਲ ਹੀ ਸੁਣਦੇ ਆ ਤੇ ਫਿਰ ਮੱਖਣ ਸ਼ਾਹ ਤੇ ਸਮੁੰਦਰ ਦੇ ਵਿੱਚ ਬੇਨਤੀ ਕਰਨ ਲਿਆ, ਫਿਰ ਬਾਬੇ ਬਕਾਲੇ ਸਾਹਿਬ ਤੇ ਪਹੁੰਚਣੀ ਨਹੀਂ ਸੀ ਬੇਨਤੀ। ਜੇ ਤਾਂ ਬੋਲਿਆ ਹੀ ਸੁਣਦੇ ਮਹਾਰਾਜ ਸਾਹਿਬ। ਸਤਿਗੁਰੂ ਬਿਨਾਂ ਬੋਲਿਆ ਵੀ ਸੁਣਦੇ। ਜਿਹੜਾ ਕੋਈ ਮਨ ਵਿੱਚ ਹੀ ਕਰਦਾ, ਜਿਸ ਦੀ ਰਸਨਾ ਵੀ ਨਹੀਂ ਕੰਮ ਕਰਦੀ, ਉਹਦੀ ਵੀ ਸੁਣਦੇ। ਮਨ ਦੀਆਂ ਭਾਵਨਾ ਹੀ ਗਰੀਬ ਨਵਾਜ ਸੱਚੇ ਪਾਤਸ਼ਾਹ ਮਨ ਦੇ ਫੁਰਨੇ ਹੀ ਜਾਣਦੇ। ਜਿੱਥੇ ਵੀ ਬੈਠਾ ਹੋਇਆ ਸੀ, ਇਸ ਕਰਕੇ ਗਰੀਬ ਨਵਾਜ ਸਾਹਿਬ ਨੇ ਤਨ ਦੀ ਹਾਜ਼ਰੀ ਲਾਉਣ ਵਾਸਤੇ ਵੀ ਆਖਿਆ ਹੈ ਗੁਰੂ ਕੇ ਦਰਬਾਰ ਵਿੱਚ, ਤੇ ਮਨ ਦੀ ਹਾਜ਼ਰੀ। ਤੇ ਜੇ ਤਨ ਕਰਕੇ ਸਿੱਖ ਦੂਰ ਵੀ ਹੈ ਤੇ ਮਨ ਕਰਕੇ ਗੁਰੂ ਕੇ ਹਜ਼ੂਰ ਹੈ, ਨੇੜੇ ਹੈ, ਉਹਦੀ ਹਾਜ਼ਰੀ ਪ੍ਰਵਾਨ ਹੁੰਦੀ, ਮਨ ਦੀ ਹਾਜ਼ਰੀ। ਤੇ ਜੇ ਮਨ ਗਏ ਹਾਜ਼ਰ ਹੈ
ਤੇ ਫਿਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਹਿ ਦਿੰਦੇ ਆ ਕਿ ਨਵਾਬ ਸਾਹਿਬ ਤੁਹਾਡਾ ਤਨ ਇੱਥੇ ਹੈ ਤੇ ਮਨ ਕਾਬਲ ਆਧਾਰ ਪਿਆ, ਘੋੜੇ ਖਰੀਦਾ ਪਿਆ। ਨਵਾਬ ਕਾਜੀ ਨੇ ਆਖਿਆ ਜੀ ਮੇਰੇ ਨਾਲ ਨਵਾਜ਼ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਤੇਰਾ ਵੀ ਤਨ ਇੱਥੇ ਆ ਤੇ ਮਨ ਘਰ ਵਿੱਚ ਘੋੜੀ ਨੇ ਬੱਚਾ ਦਿੱਤਾ ਹੋਇਆ ਵਛੇਰਾ ਤੇ ਉਹਦੀ ਰਾਖੀ ਕਰਦਾ ਫਿਰਦਾ, ਬੂਈ ਚ ਨਾ ਡਿੱਗ ਪਵੇ। ਇਸ ਕਰਕੇ ਮਨ ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਦੀ ਸੰਗਤ ਇਸ ਤਰ੍ਹਾਂ ਨਹੀਂ ਪ੍ਰਾਪਤ ਹੁੰਦੀ, ਨਾ ਤਨ ਕਰਕੇ ਨੇੜੇ ਰਹਿਣ ਨਾਲ ਤੇ ਨਾ ਦੂਰ ਰਹਿਣ ਨਾਲ। ਅਗਲੀ ਪੰਕਤੀ 'ਚ ਜਵਾਬ ਦਿੱਤਾ ਵੀ ਹਾਜ਼ਰੀ ਪੂਰੀ ਤਾਂ ਲੱਗਦੀ ਹੈ ਜੇ ਮਨ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹੇ। ਜੇ ਮਨ ਗੁਰੂ ਕੀ ਹਾਜ਼ਰੀ ਦੇ ਵਿੱਚ ਰਵੇ ਤੇ ਫਿਰ ਪੂਰੀ ਹਾਜ਼ਰੀ ਲੱਗਦੀ। ਤਨ ਕਰਕੇ ਵੀ ਆਉਣਾ ਜ਼ਰੂਰੀ ਹੈ, ਪਰ ਤਨ ਦੇ ਨਾਲ ਨਾਲ ਮਨ ਵੀ ਹਾਜ਼ਰ ਹੋਵੇ। ਤੇ ਜੇ ਤਨ ਕਰਕੇ ਕਿਸੇ ਵੇਲੇ ਸਿੱਖ ਦੂਰ ਵੀ ਬੈਠਾ ਹੈ ਤੇ ਮਨ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਾਉਂਦਾ ਹੈ ਤਾਂ ਫਿਰ ਉਹਦੀ ਹਾਜ਼ਰੀ ਤਾਂ ਵੀ ਲੱਗ ਜਾਂਦੀ। ਤੋ ਸਤਿਗੁਰੂ ਹਰ ਇੱਕ ਦੀ ਬੇਨਤੀ ਸੁਣਦੇ। ਇਹਨਾਂ ਨੇ ਬੇਨਤੀ ਕੀਤੀ ਹੈ, ਭੂਤਾਂ ਪ੍ਰੇਤਾਂ ਨੇ ਤੇ ਗਰੀਬ ਨਵਾਜ਼ ਸਾਹਿਬ ਨੇ ਧੀਰਜ ਦਿੱਤੀ ਹੈ। ਆਖਿਆ ਤੁਸੀਂ ਆਪਣੀ ਚਿੰਤਾ ਛੱਡ ਦਿਓ, ਸਵੇਰ ਵੇਲੇ ਤੁਹਾਡੀ ਬੰਦ ਖਲਾਸੀ ਕਰਾਂਗੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਤ ਦੇ ਮਾਲਕ ਫੇਰ ਵਿਰਾਜ ਗਏ। ਰਾਤ ਦਾ ਸਮਾਂ ਗੁਜ਼ਰ ਗਿਆ ਤੇ ਪ੍ਰਾਤੀ ਕਹੀਏ, ਪ੍ਰਾਤ ਵੇਲੇ, ਪ੍ਰਭਾਤ ਵੇਲੇ, ਅੰਮ੍ਰਿਤ ਵੇਲੇ ਸਤਿਗੁਰੂ ਜੀ ਜਿਸ ਵੇਲੇ ਸਵਾ ਪਹਿਰ ਦੇ ਤੜਕੇ ਮਹਾਰਾਜ ਇਸ਼ਨਾਨ ਕਰਦੇ ਸਨ ਉੱਠੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਦਾਤਨ ਕੀਤੀ ਹੈ, ਸਰੀਰਕ ਕਿਰਿਆ ਸੋਧੀ ਹੈ, ਫਿਰ ਭਲੀ ਪ੍ਰਕਾਰ ਖੁੱਲੇ ਜਲ ਦੇ ਨਾਲ ਇਸ਼ਨਾਨ ਕੀਤਾ ਹੈ। ਦਿਨ ਚੜ੍ਹ ਗਿਆ ਤੇ ਗੁਰੂ ਸਾਹਿਬ ਦੇ ਪਾਸ ਫਿਰ ਆਏ ਹਨ। ਕੌਣ ਆਏ ਅਗਲੀ ਪੰਕਤੀ 'ਚ ਦੱਸਣਗੇ। ਇਹ ਭਾਈ ਭਗਤੇ ਦੇ 5 ਪੁੱਤਰ, ਭਾਈ ਗੁਰਦਾਸ ਜੀ ਤੋਂ ਆਦਿ ਭਾਈ ਬਹਿਲੋ ਜੀ ਦੀ ਬੰਸ ਵਾਲੇ ਜਿਹੜੇ ਸਨ, 5 ਹੀ ਗੁਰਮੁਖ ਪਿਆਰੇ, ਉਹ 5 ਭਰਾ ਫਿਰ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ। ਦਿਨ ਚੜ੍ਹੇ ਤੋਂ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵਾਰੀ ਵਾਰੀ ਨਮਸਕਾਰ ਕਰਕੇ ਮੱਥਾ ਟੇਕ ਕੇ ਮਹਾਰਾਜ ਦੇ ਚਰਨਾਂ ਵਿੱਚ ਬੈਠੇ। ਇਸ ਸੁਭਾਏਮਾਨ ਮੁਖ ਤੋਂ ਸਤਿਗੁਰੂ ਸਾਹਿਬ ਜੀ ਨੇ ਫਿਰ ਹੁਕਮ ਕੀਤਾ ਇਹਨਾਂ 5 ਭਰਾਵਾਂ ਨੂੰ। ਮਹਾਰਾਜ ਕਹਿਣ ਲੱਗੇ ਵੀ ਜਿਹੜੇ ਭੂਤ ਪ੍ਰੇਤ ਬਹੁਤੇ ਪਕੜੇ ਹੋਏ ਆ, ਫੜੇ ਹੋਏ ਹਨ, ਇਹਨਾਂ ਸਾਰਿਆਂ ਦੀ ਬੰਦ ਖਲਾਸੀ ਕਰ ਦਿਓ ਕਿ ਇਹਨਾਂ ਨੂੰ ਕੈਦ ਵਿੱਚ ਨਾ ਰੱਖਿਆ ਕਰੋ। ਜੋ ਇਹ ਕਲਯੁਗ ਦੇ ਸਮੇਂ ਦੇ ਵਿੱਚ ਨਿਦਾ ਪ੍ਰਤੀ ਮਨੁੱਖ ਖੋਟੇ ਸੁਭਾਅ ਵਾਲੇ ਹੋ ਰਹੇ ਹਨ। ਇਹ ਸ਼ੁਭ ਮਤ ਵੱਲੋਂ ਤਾਂ ਛੋਟੇ ਹੀ ਆ ਤੇ ਦੁਰਮਤ ਵਾਲੇ ਪਾਸੇ ਬਹੁਤੇ ਮੋਟੇ ਹੋ ਰਹੇ ਹਨ। ਇਹ ਜਿਹੜੇ ਹਨ ਇਹ ਭੂਤ ਪ੍ਰੇਤ, ਇਹ ਨਿਦਾ ਪ੍ਰਤੀ ਤੁਹਾਡਾ ਹੁਕਮ ਮੰਨਣਗੇ, ਕਿਉਂਕਿ ਕਲਯੁਗ ਦੇ ਜਿਹੜੇ ਐਸੇ ਜੀਵ ਉਹਨਾਂ ਨੇ ਭੂਤ ਪ੍ਰੇਤ ਦੀ ਜੂਨੀ ਵਿੱਚ ਹੀ ਪੈਣਾ ਤੇ ਇਹਨਾਂ ਨੇ ਫਿਰ ਭੂਤਾਂ ਪ੍ਰੇਤਾਂ ਨੇ ਤੁਹਾਡਾ ਜਿਹੜਾ ਹੈ ਉਹ ਹੁਕਮ ਇਹ ਮੰਨਣਗੇ ਸਦਾ ਹੀ। ਪਰ ਹੁਣ ਇਹਨਾਂ ਨੂੰ ਖੋਲ ਦਿਓ, ਤੁਸੀਂ ਇਹਨਾਂ ਨੂੰ ਖਲਾਸ ਕਰ ਦਿਓ। ਜਿਸ ਥਾਂ ਦੇ ਉੱਤੇ ਭਾਈ ਬਹਿਲੋ ਜੀ ਦਾ ਨਾਮ ਉਚਾਰਿਆ ਜਾਵੇਗਾ, ਹਾਂ ਜਿਹੜੇ ਖੋਟੇ ਮਨੁੱਖ ਆ ਉਹਨਾਂ ਨੂੰ ਚਿੰਬੜਨੇ ਤੇ ਭੂਤ ਪ੍ਰੇਤ ਹੀ ਆ, ਪਰ ਜਿੱਥੇ ਭਾਈ ਬਹਿਲੋ ਜੀ ਦਾ ਨਾਮ ਲਿਆ ਜਾਵੇਗਾ ਉਹ ਕਿਸੇ ਦੇ ਵਿੱਚ ਵੜਿਆ ਵੀ ਹੋਵੇਗਾ ਨਾ ਭੂਤ ਪ੍ਰੇਤ, ਪ੍ਰਵੇਸ਼ ਵੀ ਕੀਤਾ ਹੋਵੇਗਾ ਤੇ ਉੱਥੋਂ ਫਿਰ ਛੱਡ ਕੇ ਭੱਜ ਜਾਵੇਗਾ, ਚਲੇ ਜਾਵੇਗਾ। ਜਿਸ ਮਾਈ ਭਾਈ ਦੇ ਵਿੱਚ ਭੂਤ ਪ੍ਰੇਤ ਦਾ ਵਾਸਾ ਹੋਵੇਗਾ ਉੱਥੇ ਭਾਈ ਬਹਿਲੋ ਜੀ ਦਾ ਨਾਮ ਲਿਆ ਜਾਵੇਗਾ ਤੇ ਫਿਰ ਉਹਨੂੰ ਛੱਡ ਜਾਵੇਗਾ। ਉਂਝ ਕਲਯੁਗ ਦੀ ਹਾਲਤ ਦੱਸਦਿਆਂ ਮਹਾਰਾਜ ਨੇ ਗਰੀਬ ਨਵਾਜ ਨੇ ਅੰਮ੍ਰਿਤ ਬਾਣੀ 'ਚ ਫਰਮਾਇਆ, ਜਿਵੇਂ ਇੱਥੇ ਆ ਗਿਆ ਕਿ ਕਲਯੁਗ ਦੇ ਜਿਹੜੇ ਮਨੁੱਖ ਵਾ ਨਾ ਇਹ ਨਿਤਾ ਪ੍ਰਤੀ ਖੋਟੇ ਸੁਭਾਅ ਵਾਲੇ ਹੋ ਰਹੇ, ਚੰਗਿਆਈ ਦੂਰ ਹੋ ਰਹੀ ਹੈ ਤੇ ਬੁਰਿਆਈ ਭਾਰੂ ਹੋ ਰਹੀ ਹੈ। ਜਪ ਸਤ ਸੰਜਮ, ਜਪ ਤਪ, ਸੇਵਾ ਸਿਮਰਨ, ਉਧਰਲੇ ਪਾਸਿਓਂ ਜੀਵਾਂ ਦੇ ਸੁਭਾਅ
ਫਿਰ ਰਹੇ ਹਨ ਤੇ ਵਿਕਾਰਾਂ ਦੇ ਵਿੱਚ, ਲੋਭ ਲਾਲਚ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਝੂਠ ਨਿੰਦਿਆ ਚੁਗਲੀ ਦੇ ਵਿੱਚ ਪ੍ਰਵੇਸ਼ ਹੋ ਰਹੇ। ਇਸੇ ਤਰ੍ਹਾਂ ਕਰਕੇ ਖੋਟੇ ਹੋ ਰਹੇ, ਸ਼ੁਭ ਮਤ ਵੱਲੋਂ ਛੋਟੇ ਹੋ ਰਹੇ। ਜਿਵੇਂ ਅੰਮ੍ਰਿਤ ਬਾਣੀ ਵਿੱਚ ਵੀ ਬਚਨ ਹੈ ਕਿ ਮਨੁੱਖ ਦਾ ਸੁਭਾਅ ਹੈ ਕਿ ਚੰਗਿਆਈ ਕਰਨੀ ਹੋਵੇ ਤੇ ਛੋਟਾ ਬਣਦਾ, ਬੁਰਿਆਈ ਕਰਨੀ ਹੋਵੇ ਤੇ ਵੱਡਾ ਬਣ ਜਾਂਦਾ। ਚੰਗਿਆਈ ਦਾ ਕੰਮ ਕਰਨਾ ਹੋਵੇ ਤੇ ਰੱਤੀਕ ਦਾ ਬਣਦਾ ਹੈ, ਬੁਰਿਆਈ ਕਰਨੀ ਹੋਵੇ ਤੇ ਪੂਰੇ ਸ਼ੇਰ ਦਾ ਬਣਦਾ ਹੈ। ਚੰਗਿਆਈ ਕਰਨੀ ਹੋਵੇ ਤੇ ਆਲਸ ਕਰਦਾ ਹੈ, ਬੁਰਿਆਈ ਕਰਨੀ ਹੋਵੇ ਤੇ ਬੱਬਰ ਸ਼ੇਰ ਬਣ ਜਾਂਦਾ। ਚੰਗਿਆਈ ਆਲਤ ਕਰੇ, ਬੁਰਿਆਈ ਹੋਏ ਸ਼ੇਰ, ਨਾਨਕ ਅੱਜ ਕੱਲ੍ਹ ਆਪਸੀ ਗਾਫਲ ਫਾਹੀ ਫੇਰ। ਇਸ ਤਰ੍ਹਾਂ ਦੀ ਜੀਵਾਂ ਦੀ ਹਾਲਤ ਹੈ। ਜੇ ਚੰਗੇ ਪਾਸੇ ਸਮਾਂ ਕੱਢਣਾ ਹੋਵੇ, ਸਤ ਸੰਗਤ ਕਰਨ ਵਾਸਤੇ, ਨਾਮ ਜਪਣ ਵਾਸਤੇ, ਗੁਰਬਾਣੀ ਪੜ੍ਹਨ ਵਾਸਤੇ, ਫਿਰ ਤਾਂ ਕਹਿੰਦਾ ਆਪਣੇ ਕੋਲੇ ਸਮਾਂ ਹੀ ਨਹੀਂ ਹੈ, ਕੰਮਕਾਰ ਹੀ ਬਹੁਤੇ। ਤੇ ਜੇ ਮਾੜੇ ਪਾਸੇ ਕੱਢਣਾ ਹੋਵੇ ਤੇ ਸਾਰਾ ਦਿਨ ਹੀ ਲਗਾ ਦਿੰਦਾ ਉਧਰਲੇ ਪਾਸੇ। ਇਸ ਤਰ੍ਹਾਂ ਦਾ ਸੁਭਾਅ ਹੈ। ਜੇ ਆਪਣੇ ਧਨ ਨੂੰ, ਦੌਲਤ ਨੂੰ ਚੰਗੇ ਪਾਸੇ ਖਰਚਣਾ ਹੋਵੇ ਫਿਰ ਤਾਂ ਕਹਿੰਦਾ ਜੀ ਇੰਨੇ ਕੁ ਜੋਗੇ ਹੀ ਆ, ਇੰਨੇ ਕੁ ਪ੍ਰਵਾਨ ਕਰੋ। ਤੇ ਜੇ ਮਾੜੇ ਪਾਸੇ ਲਾਉਣੇ ਹੋਣ ਤੇ ਫਿਰ ਹੋਰ ਕਈ ਕੁਝ, ਉਹਨਾਂ ਦਾ ਨਾਂ ਕੀ ਲੈਣਾ, ਚਾਰ ਚੁਫੇਰੇ ਕਈ ਕੁਝ ਆਪਾਂ ਨੂੰ ਪਤਾ ਹੀ ਆ, ਉਧਰਲੇ ਪਾਸੇ ਲੱਖਾਂ ਹੀ ਉਡਾ ਦਿੰਦਾ, ਉਧਰਲੇ ਪਾਸੇ ਲੱਖਾਂ ਹੀ ਉਡਾ ਦਿੰਦਾ। ਇਸ ਤਰ੍ਹਾਂ ਦੀ ਹਾਲਤ ਹੈ। ਅੰਮ੍ਰਿਤ ਬਾਣੀ ਦੇ ਬੋਲ ਹਨ ਕਿ ਬੁਰਾ ਕੰਮ ਕਰਨਾ ਹੋਵੇ ਤੇ ਫਿਰ ਛਾਲ ਮਾਰ ਕੇ ਉੱਠ ਪੈਂਦਾ, ਤੇ ਚੰਗਾ ਕਰਨਾ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ ਹੋਵੇ ਤੇ ਫਿਰ ਬੁਖਾਰ ਚੜ੍ਹ ਜਾਂਦਾ, ਫਿਰ ਢਿੱਲਾ ਹੋ ਜਾਂਦਾ, ਫਿਰ ਨਾ ਵੀ ਕੁਝ ਹੋਇਆ ਕਹਿੰਦਾ ਉਸ ਤਰ੍ਹਾਂ ਹੀ ਕਹਿੰਦਾ ਸਰੀਰ 'ਚ ਪੀੜਾ ਜਿਹੀਆਂ ਨਿਕਲੀ ਜਾਂਦੀਆਂ, ਤੇ ਸਰੀਰ 'ਚ ਪੀੜਾ ਇਸ ਵੇਲੇ ਹੀ ਨਿਕਲਦੀਆਂ। ਇਸ ਤਰ੍ਹਾਂ ਇਹ ਸੁਭਾਅ ਮਹਾਰਾਜ ਸਾਹਿਬ ਨੇ ਅੰਮ੍ਰਿਤ ਬਾਣੀ ਚੱਕਿਆ। ਗਰੀਬ ਨਵਾਜ ਕਹਿੰਦੇ ਬੁਰੇ ਕਾਮ ਕਾ ਊਠ ਖਲੋਇਆ, ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਇੱਕ ਸਵਾਲ ਹੁੰਦਾ ਵਾ ਸੰਸਾਰ ਦੇ ਵਿੱਚ, ਕਹਿੰਦੇ ਕਿ ਨਾਮ ਦੇ ਵਿੱਚ ਨਾ ਜੀ ਮਨ ਨਹੀਂ ਜੁੜਦਾ, ਗੁਰਬਾਣੀ ਪੜ੍ਹਦੇ ਆ ਮਨ ਨਹੀਂ ਜੁੜਦਾ। ਕਦੀ ਕਿਸੇ ਨੇ ਇਹ ਨਹੀਂ ਆਖਿਆ ਕਿ ਝੂਠ ਬੋਲਦੇ ਆ ਜਾਂ ਨਿੰਦਿਆ ਕਰਦੇ ਆ ਜਾਂ ਚੁਗਲੀ ਕਰਦੇ ਆ ਮਨ ਨਹੀਂ ਜੁੜਦਾ, ਇਹ ਤਾਂ ਨਹੀਂ ਕਦੀ ਕਿਸੇ ਨੇ ਆਖਿਆ। ਉੱਥੇ ਸੁਭਾਵਿਕ ਹੀ ਜੁੜਦਾ, ਮਨ ਦਾ ਪੱਧਰ ਹੀ ਇਸ ਤਰ੍ਹਾਂ ਨੀਵੇਂ ਪਾਸੇ ਨੂੰ ਜਾਂਦਾ। ਤੇ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਸਵਾਲ ਆਉਂਦੇ ਸੀ। ਉਹਨਾਂ ਨੇ ਕਥਾ ਵਿੱਚ ਇੱਕ ਵਚਨ ਕੀਤਾ, ਕਹਿੰਦੇ ਵੀ ਜਦੋਂ ਸਾਰੀ ਦਿਹਾੜੀ ਦੀ ਭੱਜ ਦੌੜ ਮਨ ਦੀ ਭਟਕਣਾ ਹੀ ਕਹਿੰਦੇ ਕਈਆਂ ਜਨਮਾਂ ਦੀ ਆ, ਫਿਰ ਸਾਰੀ ਦਿਹਾੜੀ ਇਹਨੇ ਜੋ ਕੁਝ ਕਰਨਾ ਵਾ ਮਨ ਉਧਰਲੇ ਪਾਸੇ ਜਾਵੇਗਾ। ਕਹਿੰਦੇ ਵੀ 24 ਘੰਟਿਆਂ ਦਾ ਭੱਜਾ ਫਿਰਦਾ, ਹੁਣ 10 ਮਿੰਟਾਂ 'ਚ ਕਿਵੇਂ ਜੁੜ ਜਾਵੇਗਾ, ਕੁਝ ਨਾ ਕੁਝ ਸਮਾਂ ਤੇ ਦੇਣਾ ਪੈਣਾ ਨਾ। ਗੁਰਮੁਖ 2.5 ਘੰਟੇ ਦਸਵੰਧ ਦੇ ਬਣਦੇ ਆ, ਕਿ ਘੱਟੋ ਘੱਟ 2.5 ਘੰਟੇ ਤੇ ਸਾਰੇ ਦਿਨ ਵਿੱਚ ਲਾਲ ਨਿਤਨੇਮ ਕਰਦੇ ਹਾਂ, ਸੁਖਮਨੀ ਸਾਹਿਬ ਪੜ੍ਹਦੇ ਹਾਂ, ਮੂਲ ਮੰਤਰ ਪੜ੍ਹਦੇ ਹਾਂ, ਗੁਰ ਮੰਤਰ ਕਰਦੇ ਹਾਂ, ਕੋਈ ਕਥਾ ਕੀਰਤਨ ਸਰਵਣ ਕਰਦੇ ਹਾਂ, ਕਿ ਕੋਈ ਮਨ ਵਿੱਚ ਇਹਨੂੰ ਖੁਰਾਕ ਤਾਂ ਐਸੀ ਮਿਲੇ ਜਿਹਦੇ ਨਾਲ ਇਹਨੇ ਖਲੋਣਾ। ਸਤਿਗੁਰੂ ਜੀ ਨੇ ਇੱਥੇ ਬਚਨ ਕੀਤਾ ਕਿ ਕਲੀ ਕਾਲ ਦੇ ਵਿੱਚ, ਕਲਯੁਗ ਦੇ ਸਮੇਂ ਵਿੱਚ ਨਿਤਾ ਪ੍ਰਤੀ ਮਨੁੱਖ ਖੋਟੇ ਹੋ ਰਹੇ, ਸ਼ੁਭ ਮਤ ਵੱਲੋਂ ਛੋਟੇ ਹੋ ਰਹੇ ਆ ਤੇ ਖੋਟੀ ਮਤ ਵੱਲੋਂ ਮੋਟੇ ਹੋ ਰਹੇ ਆ, ਵੱਡੇ ਹੋ ਰਹੇ ਆ, ਕਿ ਖੋਟੀ ਮਤ ਜ਼ਿਆਦਾ ਧਾਰਨ ਕਰ ਰਹੇ। ਤੇ ਇਹ ਸਾਰੇ ਜਿਹੜੇ ਹਨ ਇਹਨਾਂ ਦੇ ਉੱਤੇ ਜਦੋਂ ਵੀ ਇਹ ਭੂਤ ਪ੍ਰੇਤ ਦਾ ਵਾਸਾ ਹੋਵੇਗਾ, ਉੱਥੇ ਭਾਈ ਬਹਿਲੋ ਜੀ ਦਾ ਜਦੋਂ ਨਾਮ ਉਚਾਰਨ ਕੀਤਾ ਜਾਵੇਗਾ ਤੇ ਇਹ ਸਾਰੇ ਭੂਤ ਪ੍ਰੇਤ ਤੁਹਾਡਾ ਬਚਨ ਮੰਨਣਗੇ, ਉਹਨਾਂ ਨੂੰ ਛੱਡ ਜਾਇਆ ਕਰਨਗੇ, ਵਿੱਚ ਨਹੀਂ ਠਹਿਰਨਗੇ। ਇਸ ਤਰ੍ਹਾਂ ਇਹ ਭੂਤ ਪ੍ਰੇਤ ਹੁਣ ਤੁਹਾਡੇ ਅਨੁਸਾਰ ਹੀ ਹੋ ਕਰਕੇ ਵਸਣਗੇ, ਪਰ ਇੱਥੋਂ ਤੁਸੀਂ ਇਹਨਾਂ ਦੀ ਖਲਾਸੀ ਕਰ ਦਿਓ, ਆਪਣੇ ਪਾਸ ਨਾ ਰੱਖੋ।
ਹਾਂ, ਜਦੋਂ ਕਿਤੇ ਤੁਹਾਨੂੰ ਲੋੜ ਪਿਆ ਕਰੇਗੀ ਇਹਨਾਂ ਦੇ ਕੰਮਕਾਰ ਦੀ, ਉਸ ਵੇਲੇ ਮਿਹਨਤ ਵੀ ਆ ਕੇ ਕਰ ਲਿਆ ਕਰਨਗੇ, ਜਿਵੇਂ ਅੱਗੇ ਤੁਹਾਨੂੰ ਇਹ ਇੱਟਾਂ ਤੇ ਗਾਰਾ ਆਦਿਕ ਦਿੰਦੇ ਹਨ। ਹੋਰ ਜਿਹੜੇ ਘਰ ਦਾ ਸਾਰਾ ਕਾਰੋਬਾਰ ਕੰਮਕਾਰ ਹੈ, ਉਹਨਾਂ ਸਾਰਿਆਂ ਤੋਂ ਇਹਨਾਂ ਨੂੰ ਛੱਡ ਦੇਵੋ। ਇਸ ਪ੍ਰਕਾਰ ਜਦੋਂ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਇੱਕ ਥਾਂ ਤੇ ਨਾ ਘਰ ਦੇ ਵਿੱਚ ਇੱਕ ਘੇਰਾ ਚਿਣਿਆ ਹੋਇਆ ਸੀ ਵੀ ਇਹਦੇ ਵਿੱਚ ਉਹ ਆਪਣਾ ਕੰਮਕਾਰ ਕਰਾ ਕੇ ਆਗਿਆ ਕਰ ਦਿੰਦੇ ਸੀ ਵੀ ਇਹਦੇ ਵਿੱਚ ਚਲੇ ਜਾਓ, ਤੇ ਉੱਥੇ ਉਸ ਵੇਲੇ ਠਹਿਰਦੇ ਸਨ। ਕਹਿੰਦੇ ਕਿ ਉੱਥੇ ਵੱਡੇ ਤਾਕਤ ਵਾਲੇ ਭੂਤ ਪ੍ਰੇਤ ਜਿਹੜੇ ਸੀ ਨਾ, ਇਹ ਕੈਦ ਵਿੱਚ ਪੈ ਰਹਿੰਦੇ ਸੀ, ਉਹਨੇ ਉਹ ਘੇਰੇ ਦੇ ਵਿੱਚ ਇਹਨਾਂ ਨੂੰ ਰਹਿਣਾ ਪੈਂਦਾ ਸੀ। ਤੇ ਗੁਰੂ ਸਾਹਿਬ ਜੀ ਦਾ ਵਚਨ ਮੰਨਿਆ ਪੰਜਾਂ ਭਰਾਵਾਂ ਨੇ, ਭਾਈ ਭਗਤੇ ਜੀ ਦੇ ਪੁੱਤਰਾਂ ਨੇ, ਤੇ ਆ ਕਰਕੇ ਉਸ ਘੇਰੇ ਦੇ ਵਿੱਚੋਂ ਸਾਰਿਆਂ ਨੂੰ ਖੋਲ ਦਿੱਤਾ, ਖਲਾਸੀ ਕਰ ਦਿੱਤੀ, ਸਾਰਿਆਂ ਨੂੰ ਬਾਹਰ ਕੱਢ ਦਿੱਤਾ। ਤੇ ਸਾਰੇ ਭੂਤ ਪ੍ਰੇਤ ਬੜੇ ਖੁਸ਼ ਹੋ ਗਏ। ਹੁਣ ਜਦੋਂ ਕੋਈ ਕੈਦ ਚੋਂ ਰਿਹਾ ਹੋਵੇ ਤੇ ਖੁਸ਼ੀ ਤੇ ਹੁੰਦੀ ਹੈ ਨਾ, ਉਹ ਸਾਰੇ ਬਹੁਤ ਖੁਸ਼ ਹੋਏ। ਉਹਨਾਂ ਨੇ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੱਥਾ ਟੇਕਿਆ, ਗੁਰੂ ਸਾਹਿਬ ਜੀ ਦਾ ਦਰਸ਼ਨ ਕੀਤਾ, ਤੇ ਫਿਰ ਪੰਜਾਂ ਹੀ ਭਰਾਵਾਂ ਨੂੰ ਬੰਦ ਨਾਮ ਹੈ ਬੰਦਨਾ ਕੀਤੀ। ਪੰਜਾਂ ਹੀ ਭਰਾਵਾਂ ਨੂੰ ਫਿਰ ਨਮਸਕਾਰ ਕੀਤੀ। ਪਹਿਲਾਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ, ਤੇ ਫਿਰ ਪੰਜਾਂ ਭਰਾਵਾਂ ਨੂੰ ਭਾਈ ਭਗਤੇ ਦੇ ਪੁੱਤਰਾਂ ਨੂੰ ਨਮਸਕਾਰ ਕੀਤੀ। ਫਿਰ ਸਾਰੇ ਹੀ ਛੁੱਟ ਕਰਕੇ ਇਹ ਭੂਤ ਪ੍ਰੇਤ ਤੇ ਸਾਰੀ ਧਰਤੀ ਤੇ ਵੱਖ-ਵੱਖ ਥਾਵਾਂ ਤੇ ਚਲੇ ਗਏ। ਇਸ ਪ੍ਰਕਾਰ ਭਗਤੇ ਨਗਰ ਦੇ ਵਿੱਚ 3 ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਸਾ ਕੀਤਾ ਭਗਤੇ ਨਗਰ ਦੇ ਵਿੱਚ, ਤੇ 3 ਦਿਨ ਮਹਾਰਾਜ ਸਾਹਿਬ ਜੀ ਨੇ ਇੱਥੇ ਕਿਰਪਾ ਕੀਤੀ ਸੰਗਤਾਂ ਨੂੰ ਦਰਸ਼ਨ ਦੇ ਕੇ। ਫਿਰ ਜਦੋਂ ਅਗਲਾ ਦਿਨ ਹੋਇਆ ਤੇ ਸਵੇਰ ਵੇਲੇ ਮਹਾਰਾਜ ਨੇ ਤਿਆਰੀ ਕਰਵਾ ਲਈ, ਸਾਰੇ ਗੁਰਸਿੱਖਾਂ ਨੂੰ ਕਹਿ ਕੇ ਕਿ ਭਾਈ ਘੋੜਿਆਂ ਤੇ ਕਾਠੀਆਂ ਕੱਸੋ, ਤਿਆਰੀ ਕਰੋ। ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਆਪਣੇ ਡੇਰੇ ਦਾ ਕੂਚ ਕਰ ਦਿੱਤਾ, ਭਾਵ ਅੱਗੇ ਚਾਲੇ ਪਾ ਦਿੱਤੇ। ਸਹਿਜ ਸੁਭਾਅ ਮਹਾਰਾਜ ਹੌਲੀ ਹੌਲੀ ਵਿਚਰਦੇ ਹੋਏ ਅੱਗੇ ਜਾ ਰਹੇ ਅਗਲੇ ਪਿੰਡਾਂ ਨੂੰ, ਮਾਲਵੇ ਇਲਾਕੇ ਦੇ, ਤੇ ਰਸਤੇ ਵਿੱਚ ਸ਼ਿਕਾਰ ਵੀ ਖੇਡਦੇ ਜਾਂਦੇ ਆ ਸਤਿਗੁਰੂ, ਜੀਵਾਂ ਦੀ ਕਲਿਆਣ ਕਰਦੇ ਜਾਂਦੇ। ਜਿਵੇਂ ਪਿੱਛੇ ਜ਼ਿਕਰ ਆਇਆ ਨਾ ਉਹ ਭੂਮੀਏ ਦਾ, ਜਿਹੜਾ ਜ਼ਮੀਨ ਦਾ ਮਾਲਕ ਸੀ, ਤਿੱਤਰ ਦੀ ਜੂਨ ਵਿੱਚ ਪਿਆ ਹੋਇਆ ਸੀ, ਉਹਦੀ ਕਲਿਆਣ ਕੀਤੀ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੀ ਬੰਦ ਖਲਾਸੀ ਕੀਤੀ, ਦੱਸ ਵੀ ਦਿੱਤਾ ਵੀ ਇਹ ਜ਼ਮੀਨ ਦਾ ਮਾਲਕ ਹੈ, ਤਿੱਤਰ ਦੀ ਜੂਨ ਵਿੱਚ ਪਿਆ ਹੋਇਆ ਸੀ। ਸਤਿਗੁਰੂ ਜੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਾਧ ਸੰਗਤ ਜੀ ਸ਼ਿਕਾਰ ਕਰਦੇ ਸਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤੇ ਇਸ ਤਰ੍ਹਾਂ ਸਹਿਜ ਸੁਭਾਅ ਸ਼ਿਕਾਰ ਖੇਡਦੇ ਹੋਏ ਜੀਵਾਂ ਦੀ ਕਲਿਆਣ ਕਰਦੇ ਅੱਗੇ ਜਾ ਰਹੇ ਹਨ। ਤੇ ਕੁਝ ਖੂਹਾਂ ਦੀ ਵਾਟ ਜਦੋਂ ਮਹਾਰਾਜ ਨੇ ਤੈਅ ਕੀਤੀ, ਅੱਗੇ ਪਹੁੰਚੇ ਤੇ ਇੱਕ ਨਗਰ ਵੇਖਿਆ, ਤੇ ਸਤਿਗੁਰੂ ਜੀ ਪੁੱਛਣ ਲੱਗੇ ਉਸ ਨਗਰ ਨੂੰ ਵੇਖ ਕਰਕੇ। ਸਤਿਗੁਰੂ ਕਹਿਣ ਲੱਗੇ ਕਿ ਇਸ ਪਿੰਡ ਦਾ ਨਾਮ ਕੀ ਹੈ। ਮਹਾਰਾਜ ਨਾਲ ਦੇ ਸੇਵਕਾਂ ਨੂੰ, ਬਰਾੜ ਸਿੱਖਾਂ ਨੂੰ ਪੁੱਛਦੇ ਆ ਕਿ ਦੱਸੋ ਇਹ ਕੌਣ ਇੱਥੇ ਵਸਦੇ ਹਨ। ਉਹ ਬਰਾੜ ਸਿੱਖ ਹੱਥ ਜੋੜ ਕਰਕੇ ਬੇਨਤੀ ਕਰਨ ਲੱਗੇ, ਆਖਿਆ ਮਹਾਰਾਜ ਇਸ ਨਗਰ ਦਾ ਨਾਮ ਹੈ ਬੰਦਰ, ਇਹ ਬੰਦਰ ਨਗਰ ਹੈ। ਤੇ ਜਿਹੜੇ ਸਤਿਗੁਰੂ ਜੀ ਦੀ ਫੌਜ ਦੇ ਵਿੱਚ ਵਿਦੇਸ਼ੀ ਸਿੱਖ ਸੀ ਨਾ, ਹੋਰ ਦੇਸ਼ਾਂ ਦੇ ਸਿੱਖ ਵੀ ਮਹਾਰਾਜ ਦੀ ਫੌਜ ਦੇ ਵਿੱਚ ਉਸ ਵੇਲੇ ਸਨ ਗੁਰੂ ਸਾਹਿਬ ਜੀ ਦੇ ਪਾਸ, ਤੇ ਉਹ ਸੁਣ ਕਰਕੇ ਹੈਰਾਨ ਹੋਏ ਵੀ ਇਹ ਕਿਹੜਾ ਨਾਂ ਹੋਇਆ।
ਵੀ ਬੰਦਰ ਨਾਮ ਹੈ ਪਿੰਡ ਦਾ। ਇਹ ਬੰਦਰ ਨਾਮ ਇੱਕ ਇਹੋ ਜਿਹਾ ਨਾਮ। ਮਹਾਰਾਜ ਸਾਹਿਬ ਜੀ ਦੇ ਪਾਸ ਜਿਹੜੇ ਸਿੱਖ ਸੀ ਉਸ ਮੌਕੇ ਤੇ ਉਹ ਵੱਖ-ਵੱਖ ਇਲਾਕਿਆਂ ਦੇ ਸਿੱਖ ਸੀ ਤੇ ਦੂਜੇ ਦੇਸ਼ ਨੂੰ ਆਪਾਂ ਵਿਦੇਸ਼ ਕਹਿ ਦਿੰਦੇ ਹਾਂ। ਇਸ ਕਰਕੇ ਦੂਰੋਂ ਦੂਰੋਂ ਵੀ ਗੁਰੂ ਕੇ ਸਿੱਖ ਜਿਹੜੇ ਸਨ ਉਹ ਮਹਾਰਾਜ ਸਾਹਿਬ ਦੀ ਫੌਜ ਵਿੱਚ ਸੀ। ਉਸ ਵੇਲੇ ਗੁਰੂ ਸਾਹਿਬ ਜੀ ਦੇ ਪਾਸ ਰਹਿ ਰਹੇ ਸਨ। ਇਹ ਦੀਨੇ ਆ ਕੇ ਸਾਰੇ ਸਿੱਖ ਭਰਤੀ ਹੋਏ ਸੀ ਜਦੋਂ ਮਹਾਰਾਜ ਨੇ ਦੀਨੇ ਕਾਂਗਰ ਨਿਵਾਸ ਕੀਤਾ। ਉੱਥੇ ਗੁਰੂ ਕੀ ਫੌਜ ਵੱਡੀ ਗਿਣਤੀ ਵਿੱਚ ਤਿਆਰ ਹੋ ਗਈ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ। ਤਾਂ ਉਹ ਵਿਦੇਸ਼ੀ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਕਿਹੋ ਜਿਹਾ ਨਾਮ ਹੈ ਬੰਦਰ ਨਾਮ ਜੋ ਹੈ ਇਸ ਪਿੰਡ ਦਾ। ਕਹਿਣ ਲੱਗੇ ਤਾਂ ਅਚਰਜ ਹੀ ਗੱਲ ਕਹੀ ਹੈ ਕਿ ਮਹਾਰਾਜ ਬਾਂਦਰਾਂ ਨੇ ਵਸਾਇਆ ਹੋਵੇਗਾ ਇਹ ਪਿੰਡ, ਇਸ ਕਰਕੇ ਇਹਦਾ ਨਾਮ ਬੰਦਰ ਪਿਆ। ਉਹਨਾਂ ਪੁੱਛਿਆ ਪਤਾ ਉਹਨਾਂ ਨੂੰ ਵੀ ਨਹੀਂ। ਕਹਿਣ ਲੱਗੇ ਮਹਾਰਾਜ ਕਿ ਇਹ ਬਾਂਦਰਾਂ ਨੇ ਵਸਾਇਆ ਹੋਵੇਗਾ ਤਾਂ ਕਰਕੇ ਇਸ ਨਗਰ ਦਾ ਨਾਮ ਬੰਦਰ ਹੈ। ਮਹਾਰਾਜ ਜਿਹੜੇ ਬਾਂਦਰ ਵਾ ਉਹ ਤਾਂ ਦਰਖਤਾਂ ਦੇ ਉੱਤੇ ਵਾਸਾ ਕਰਦੇ, ਉਹਨਾਂ ਨੇ ਨਗਰ ਦੇ ਵਿੱਚ ਵਾਸਾ ਕੀਤਾ, ਉਹਨਾਂ ਨੇ ਇਹ ਨਗਰ ਵਸਾਇਆ। ਜਦੋਂ ਵਿਦੇਸ਼ੀ ਸਿੱਖਾਂ ਨੇ ਆਖਿਆ ਨਾ ਉਹਨਾਂ ਨੇ ਕੋਈ ਭੋਲੇ ਭਾਅ ਨਾਲ ਆਖਿਆ, ਕਿਉਂਕਿ ਜਾਣਕਾਰੀ ਲੈਣ ਵਾਸਤੇ ਸਮਝਣ ਵਾਸਤੇ ਆਖਿਆ। ਜਿਵੇਂ ਕੋਈ ਆਪਣੇ ਇੱਧਰ ਕੋਈ ਬਾਹਰਲੇ ਦੇਸ਼ ਵਾਲਾ ਕੋਈ ਸਿੱਖ ਕੋਈ ਪ੍ਰੇਮੀ ਆ ਜਾਵੇ ਤੇ ਇੱਥੋਂ ਕਿਸੇ ਵਸਤੂ ਬਾਰੇ ਉਹਨੂੰ ਨਾ ਜਾਣਕਾਰੀ ਹੋਵੇ ਤੇ ਉਹ ਸੁਭਾਵਕ ਹੀ ਉਹਨੇ ਪੁੱਛਣਾ ਹੈ। ਉਹਨਾਂ ਨੇ ਸੁਭਾਵਕ ਪੁੱਛਿਆ ਤੇ ਉਹ ਸੁਣ ਕਰਕੇ ਕਲਗੀਧਰ ਪਾਤਸ਼ਾਹ ਮੁਸਕਰਾਏ ਹੋਏ ਹੱਸ ਪਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜਦੋਂ ਉਹਨਾਂ ਨੇ ਆਖਿਆ ਮਹਾਰਾਜ ਵੀ ਉਹ ਤਾਂ ਦਰਖਤਾਂ ਤੇ ਬਾਂਦਰ ਤਾਂ ਰਹਿੰਦੇ ਸੀ, ਬਾਂਦਰਾਂ ਨੇ ਨਗਰ ਵਸਾਇਆ ਤਾਂ ਇਹਦਾ ਨਾਮ ਬੰਦਰ ਪਿਆ। ਤੇ ਮਹਾਰਾਜ ਹੱਸ ਪਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਫਿਰ ਸੁਧਾਈਮਾਨ ਮੁਖ ਤੋਂ ਮਹਾਰਾਜ ਨੇ ਸਾਰਾ ਭੇਦ ਦੱਸਿਆ। ਮਹਾਰਾਜ ਕਹਿੰਦੇ ਭਾਈ ਪ੍ਰੇਮੀਓ ਇਹ ਬੰਦਰਾਂ ਨੇ ਨਹੀਂ ਵਸਾਇਆ, ਬੰਦਰ ਇੱਕ ਗੋਤ ਵਾ ਮਨੁੱਖਾਂ ਦੀ, ਵੱਖ-ਵੱਖ ਗੋਤਾਂ ਵਾ, ਉਹਨਾਂ ਵਿੱਚੋਂ ਇੱਕ ਗੋਤ ਬੰਦਰ ਵੀ ਹੈ। ਇਹ ਜਾਤ ਗੋਤ ਜਿਹੜੀ ਹੈ ਸੰਸਾਰ ਦੇ ਵਿੱਚ ਚੱਲਦੀ ਹੈ ਸਾਧ ਸੰਗਤ। ਹਾਂ, ਜਿਸ ਵੇਲੇ ਕੋਈ ਗੁਰੂ ਕੀ ਸਿੱਖੀ ਧਾਰਨ ਕਰਦਾ ਹੈ ਤੇ ਧਰਮ ਦੇ ਵਿੱਚ ਕੋਈ ਸੰਸਾਰੀ ਜਾਤ ਗੋਤ ਮਹਿਣਾ ਨਹੀਂ ਰੱਖਦੀ। ਉਂਝ ਸੰਸਾਰੀ ਤੌਰ ਤੇ ਵੇਖੀਏ ਤੇ ਜਾਤ ਗੋਤ ਚੱਲਦੀ ਹੈ, ਸੰਸਾਰੀ ਤੌਰ ਤੇ ਹੈ ਸਭ ਕੁਝ। ਮਹਾਰਾਜ ਕਹਿਣ ਲੱਗੇ ਵੀ ਇਹ ਅਨੇਕਾਂ ਗੋਤਾਂ ਵਿੱਚੋਂ ਬੰਦਰ ਨਾਮ ਦੀ ਵੀ ਇੱਕ ਮਨੁੱਖਾਂ ਦੀ ਗੋਤ ਹੀ ਹੈ। ਇਸ ਕਰਕੇ ਉਸ ਗੋਤ ਵਾਲੇ ਲੋਕ ਇੱਥੇ ਰਹਿੰਦੇ ਆ, ਬੰਦਰ ਗੋਤ ਵਾਲੇ, ਤੇ ਉਹਨਾਂ ਨੇ ਇਹ ਨਗਰ ਵਸਾਇਆ ਤਾਂ ਇਹਨੂੰ ਬੰਦਰ ਨਗਰ ਕਹਿੰਦੇ। ਇਹ ਮਹਾਰਾਜ ਸਾਹਿਬ ਜੀ ਦੀ ਮੌਜ ਸਾਧ ਸੰਗਤ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਭ ਕੁਝ ਜਾਣਦੇ ਆ। ਵੇਖੋ ਇੱਥੇ ਗੁਰੂ ਸਾਹਿਬ ਨੇ ਪਹਿਲਾਂ ਨਗਰ ਦਾ ਨਾਮ ਪੁੱਛਿਆ ਸੀ ਬਰਾੜ ਸਿੱਖਾਂ ਨੂੰ, ਉਹਨਾਂ ਨੇ ਦੱਸਿਆ ਨਾਂ। ਦੂਜੇ ਸਿੱਖਾਂ ਨੇ ਉਹਦੇ ਉੱਤੇ ਉਹਦੀ ਜਾਣਕਾਰੀ ਲੈਣ ਵਾਸਤੇ ਇਹ ਗੱਲ ਕੀਤੀ ਕਿ ਮਹਾਰਾਜ ਇਹ ਨਗਰ ਕਿਵੇਂ ਵਸਿਆ, ਤੇ ਫਿਰ ਸਾਰੀ ਜਾਣਕਾਰੀ ਆਪ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ। ਇਸ ਕਰਕੇ ਸਤਿਗੁਰੂ ਅੰਤਰਜਾਮੀ ਜਾਣਦੇ ਸਭ ਕੁਝ ਹੀ ਆ। ਜਿਵੇਂ ਪਿਛਲੇ ਨਗਰ ਵਿੱਚ ਭਗਤੇ ਨਗਰ ਦੇ ਵਿੱਚ ਮਹਾਰਾਜ ਨੇ ਪੁੱਛਿਆ ਸੀ ਆ ਖੂਹ ਕੌਣ ਲਵਾ ਰਿਹਾ, ਨਗਰ ਵਾਲੇ ਨੇ ਦੱਸਿਆ ਸੀ ਕਿ ਮਹਾਰਾਜ ਭਾਈ ਬਹਿਲੋ ਦੀ ਬੰਸ ਦੇ ਵਿੱਚੋਂ ਉਹਨਾਂ ਦੀ ਬੰਸੋ ਲਵਾ ਰਹੀ ਹੈ। ਤੇ ਉਦੋਂ ਮਹਾਰਾਜ ਨੇ ਆਖਿਆ ਸੀ ਦਮੜੇ ਪਾਤਸ਼ਾਹ ਦੇ ਤੇ ਨਾਮ ਕਾਰੀਗਰਾਂ ਦਾ। ਭਾਵ ਇਹ ਹੀ ਕਿ ਬਖਸ਼ਿਸ਼ਾਂ ਤੇ ਅਸੀਂ ਦਿੱਤੀਆਂ ਪੰਜਵੇਂ ਜਾਮੇ ਦੇ ਵਿੱਚ ਭਾਈ ਬਹਿਲੋ ਨੂੰ। ਉਹ ਸੁਭਾਵਕ ਕਿਹਾ ਸੀ, ਆਪਾਂ ਸਾਰਾ ਇਤਿਹਾਸ ਉਹ ਪਿੱਛੇ ਜਿਹੜਾ ਉਹ ਸਰਵਣ ਕੀਤਾ। ਮਹਾਰਾਜ ਸਭ ਕੁਝ ਜਾਣਦੇ ਆ, ਪਰ ਸੁਭਾਵਕ ਕਿਸ ਤਰ੍ਹਾਂ ਗਰੀਬ ਨਵਾਜ ਉਹ ਫਿਰ ਪੁੱਛਦੇ ਵੀ ਹਨ। ਇੱਥੇ ਸਾਰਾ ਮਹਾਰਾਜ ਨੇ ਦੱਸਿਆ ਵੀ ਇੱਥੇ ਬੰਦਰ ਗੋਤ ਦੇ ਲੋਕ ਰਹਿੰਦੇ ਤਾਂ ਇਸ ਨਗਰ ਦਾ ਨਾਮ ਬੰਦਰ ਹੈ। ਉਹਨਾਂ ਬੰਦਰ ਗੋਤ ਵਾਲੇ ਜ਼ਿਮੀਂਦਾਰਾਂ ਦਾ ਇਹ ਨਗਰ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇੱਕ ਸਾਫ ਸੁਥਰਾ ਥਾਂ ਵੇਖ ਕਰਕੇ ਉੱਥੇ ਡੇਰਾ ਕੀਤਾ ਹੈ। ਘੋੜੇ ਤੋਂ ਉਤਰ ਕਰਕੇ ਹੇਠਾਂ ਗਰੀਬ ਨਵਾਜ ਸਾਹਿਬ ਜੀ ਨੇ ਤੇ ਬਾਕੀ ਗੁਰੂ ਕੇ ਸਿੱਖਾਂ ਨੇ ਵੀ ਵੱਖ-ਵੱਖ ਥਾਵਾਂ ਤੇ ਆਪਣੇ ਘੋੜੇ
ਬੰਨ ਦਿੱਤੇ। ਉਤਰੇ ਸਿੰਘ ਲਿਆਏ ਚੜ੍ਹ ਜਾਏ। ਗੁਰੂ ਕੇ ਸਿੰਘ ਵੀ ਉਤਰੇ ਹਨ, ਉਤਾਰਾ ਕਰ ਲਿਆ ਹੈ। ਰਾਖੀ ਵੱਖ-ਵੱਖ ਥਾਵਾਂ ਤੇ ਲਗਾ ਦਿੱਤੇ ਤੇ ਫਿਰ ਰਾਖੀਆਂ ਵਾਸਤੇ, ਘੋੜਿਆਂ ਵਾਸਤੇ ਘਾਹ ਵੱਢ ਕੇ ਲਿਆਂਦਾ। ਬੰਦਰ ਪੈਚ ਤਲੇ ਚਲੇ ਆਏ। ਉਹ ਬੰਦਰ ਨਗਰ ਦੇ ਜਿਹੜੇ ਮੁਖੀਏ ਸੀ ਨਾ, ਪੰਚ, ਉਹ ਚੱਲ ਕਰਕੇ ਆਏ। ਰਸਤ ਧਰਿਤ ਆਗਤ ਸਭ ਲਿਆਏ। ਲੰਗਰ ਵਾਰਸ ਦੇ ਰਸਤਾ ਲੈ ਕੇ ਆ ਗਏ। ਘਿਓ ਵੀ ਬਹੁਤਾ ਉਹਨਾਂ ਨੇ ਲਿਆਂਦਾ ਹੈ। ਦਾਣਾ ਢੋਰਨ ਸੁਰਤੀਨ। ਉਸ ਵੇਲੇ ਘੋੜਿਆਂ ਨੂੰ ਘਾਹ ਵੀ ਦਿੱਤਾ ਤੇ ਦਾਣਾ ਵੀ ਦਿੱਤਾ ਹੈ। ਅਸਨ ਦੇ ਕਾਰਜ ਅਜਰ ਕੀਨ। ਤਾਂ ਇਸ ਤਰ੍ਹਾਂ ਰੁਚੀ ਦੇ ਨਾਲ ਕਹਿੰਦੇ ਵੀ ਘੋੜਿਆਂ ਨੇ ਉਹ ਘਾਹ ਪੱਠਾ ਤੇ ਦਾਣਾ ਛਕਿਆ ਹੈ। ਬਤਾਏ ਭੈ ਅਸਵਾਰਾ। ਇਸ ਤਰ੍ਹਾਂ ਇੱਥੇ ਗੁਰੂ ਕੇ ਸਿੰਘਾਂ ਨੇ ਵੀ ਲੰਗਰ ਪਾਣੀ ਛਕਿਆ ਹੈ। ਸਤਿਗੁਰੂ ਜੀ ਨੇ ਵੀ ਪ੍ਰਸ਼ਾਦਾ ਪਾਣੀ ਛਕਿਆ ਤੇ ਰਾਤ ਇੱਥੇ ਬਤੀਤ ਕਰਕੇ ਫਿਰ ਮਹਾਰਾਜ ਸਾਹਿਬ ਜੀ ਅਸਵਾਰ ਹੋ ਗਏ। ਜੜੇ ਗੁਰੂ ਮਤ ਸ਼ਿਕਾਰਾ। ਸਤਿਗੁਰੂ ਜੀ ਅੱਗੇ ਚੱਲ ਪਏ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜੰਗਲ ਦੇ ਵਿੱਚ ਸ਼ਿਕਾਰ ਖੇਲੇ ਹਨ। ਇਸ ਤਰ੍ਹਾਂ ਸ਼ਿਕਾਰ ਖੇਡਦੇ, ਜੀਵਾਂ ਦੀ ਕਲਿਆਣ ਕਰਦੇ ਦਸ਼ਮੇਸ਼ ਪਾਤਸ਼ਾਹ ਬਰਗਾੜੀ ਨਗਰ ਵਿੱਚ ਪਹੁੰਚ ਗਏ। ਤਾਂ ਸਤਿਗੁਰੂ ਜੀ ਨੇ ਫਿਰ ਸਾਫ ਸੁਥਰਾ ਥਾਂ ਵੇਖਿਆ ਤੇ ਉੱਥੇ ਉਤਰੇ ਹਨ। ਇੱਥੇ ਬਰਗਾੜੀ ਨਗਰ ਦੇ ਵਿੱਚ ਭਾਈ ਕਪੂਰੇ ਦੇ ਭਰਾ ਤੇ ਭਰਾਵਾਂ ਦੇ ਪੁੱਤਰ ਰਹਿੰਦੇ ਸਨ। ਇਹ ਭਾਈ ਕਪੂਰੇ ਦੇ ਭਰਾਵਾਂ ਦਾ ਕਪੂਰੇ ਚੌਧਰੀ ਦੇ ਨਾਲ ਵੈਰ ਸੀ। ਸੁਭਾਵਕ ਹੀ ਹੈ ਸਾਧ ਸੰਗਤ ਜੀ, ਇਹ ਤਾਂ ਧੁਰ ਤੋਂ ਹੀ ਚੱਲਿਆ ਆਉਂਦਾ, ਆਦਿ ਕਾਲ ਤੋਂ ਹੀ ਵੈਰ ਤੇ ਵਿਰੋਧ। ਉਸ ਵੇਲੇ ਜਿਸ ਨਗਰ ਵਿੱਚ ਮਹਾਰਾਜ ਨੇ ਤਾਰਾ ਕੀਤਾ ਹੈ ਤੇ ਉਹ ਕਪੂਰਾ ਦੂਸਰੇ ਪਾਸੇ ਰਹਿੰਦਾ ਹੈ, ਵੱਖਰੇ ਨਗਰ ਵਿੱਚ। ਇਸ ਬਰਗਾੜੀ ਨਗਰ ਦੇ ਵਿੱਚ ਕਹਿੰਦੇ ਵੀ ਕਪੂਰੇ ਦੇ ਭਰਾ ਤੇ ਉਹਦੇ ਪੁੱਤਰ ਹਨ। ਉਸ ਵੇਲੇ ਭਰਾ ਦਾ ਪੁੱਤਰ ਜਿਹੜਾ ਹੈ ਨਾ, ਉਹ ਲੜਨ ਵਾਸਤੇ ਨਿਕਲਿਆ ਬਾਹਰ, ਭਾਵ ਆਪਣੇ ਸ਼ਰੀਕੇ ਕਪੂਰੇ ਚੌਧਰੀ ਦੇ ਨਾਲ ਲੜਨ ਵਾਸਤੇ ਉਹਨੇ ਜਾਣਾ ਸੀ। ਤੇ ਜਦੋਂ ਬਾਹਰ ਨਿਕਲਿਆ ਨਾ, ਆਪਣੇ ਘਰ ਚੋਂ, ਨਗਰ ਚੋਂ ਬਾਹਰ ਨਿਕਲਿਆ ਤੇ ਫਿਰ ਵੇਖਿਆ ਹੈ, ਪਤਾ ਲੱਗਾ, ਸੁਣਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਏ ਹਨ ਸਾਡੇ ਨਗਰ ਵਿੱਚ। ਤੇ ਲੜਨ ਵੱਲੋਂ ਹਟ ਗਿਆ ਕਿ ਕੋਨੀ ਉਧਰ ਤੇ ਫੇਰ ਚਲੇ ਜਾਵਾਂਗੇ, ਫੇਰ ਲੜਾਈ ਕਰ ਲਾਂਗੇ ਸ਼ਰੀਕੇ ਭਾਈਚਾਰੇ ਨਾਲ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਆ, ਪਹਿਲਾਂ ਦਰਸ਼ਨ ਕਰ ਲਈਏ। ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਿਆ ਤੇ ਚਿੱਤ ਵਿੱਚ ਭਾਵਨਾ ਪੈਦਾ ਹੋਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕਰੀਏ, ਮਹਾਰਾਜ ਦੇ ਦਰਸ਼ਨ ਕਰਕੇ ਸੇਵਾ ਕਰੀਏ। ਪੱਗ ਬੰਧਨ ਠਾਨੀ ਆ ਕੇ ਮਿਲਿਆ, ਮਹਾਰਾਜ ਦੇ ਚਰਨਾਂ ਉੱਤੇ ਨਮਸਕਾਰ ਕੀਤੀ ਹੈ ਤੇ ਸਾਰੀ ਖਬਰਸਾਰ ਲਈ ਹੈ, ਲੰਗਰ ਪਾਣੀ ਦੀ, ਜਲ ਪਾਣੀ ਦੀ, ਜੋ ਵੀ ਕੋਈ ਚਾਹੀਦਾ ਹੈ। ਤੇ ਇਸੇ ਤਰ੍ਹਾਂ ਲੰਗਰ ਵਾਸਤੇ ਰਸਤਾ ਵੀ ਭੇਜੀਆਂ ਤੇ ਘੋੜਿਆਂ ਵਾਸਤੇ ਦਾਣਾ ਵੀ ਭੇਜਿਆ ਤੇ ਘਾਹ ਪੱਠਾ ਵੀ ਭੇਜਿਆ ਤੇ ਆਪ ਖਲੋ ਕਰਕੇ ਸਾਰਿਆਂ ਗੁਰੂ ਕੇ ਸਿੰਘਾਂ ਦੇ ਪਾਸ ਥਾਂ ਥਾਈਂ ਪਹੁੰਚਾਇਆ। ਬੜੀ ਪ੍ਰੇਮ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੀ ਤੇ ਗੁਰੂ ਕੀ ਫੌਜ ਦੀ ਸੇਵਾ ਕੀਤੀ। ਤਾਂ ਬਹੁਤੀ ਜ਼ਿਆਦੀ ਸੇਵਾ ਕਰ ਰਿਹਾ ਹੈ ਭਾਵਨਾ ਦੇ ਨਾਲ। ਇਸ ਤਰ੍ਹਾਂ ਸਾਰੀ ਸੇਵਾ ਕਰਕੇ ਨਾ, ਲੰਗਰ ਦੀਆਂ ਰਸਤਾਂ ਬਸਤਾਂ ਲਿਆ ਕੇ, ਘੋੜਿਆਂ ਦੀ ਦਾਣਾ ਪੱਠਾ ਲਿਆ ਕੇ, ਪਚਾ ਕੇ ਸਾਰੀ ਸੇਵਾ ਕਰਕੇ ਇਹ ਭਾਈ ਕਪੂਰੇ ਦੇ ਭਰਾ ਦਾ ਪੁੱਤਰ ਤੇ ਫਿਰ ਮਹਾਰਾਜ ਸਾਹਿਬ ਜੀ ਦੇ ਪਾਸ ਆ ਕੇ ਬੈਠ ਗਿਆ ਹੈ। ਤੇ ਸਤਿਗੁਰੂ ਜੀ ਨੇ ਇਹਦੀ ਭਾਵਨਾ ਵੇਖੀ ਹੈ, ਭਾਵ ਨੂੰ ਪਰਖਿਆ ਹੈ। ਜਿਸ ਤਰ੍ਹਾਂ ਦੀ ਮਹਾਰਾਜ ਗਰੀਬ ਨਵਾਜ ਅੰਤਰਜਾਮੀ ਨੇ ਵੀ ਇਹਦੇ ਹਿਰਦੇ ਵਿੱਚ ਬਹੁਤੀ ਭਾਵਨਾ
ਸੁਭਾਵਿਕ ਹੀ ਹੈ ਕਿਹਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦਾ ਕਿਹੜੇ ਵੇਲੇ ਪ੍ਰੇਮ, ਕਿਹੜੇ ਵੇਲੇ ਭਾਵਨਾ ਪੈਦਾ ਹੋ ਜਾਣੀ। ਤਾਂ ਉਸ ਵੇਲੇ ਇਹਦੇ ਹਿਰਦੇ ਵਿੱਚ ਬਹੁਤੀ ਭਾਵਨਾ ਸੀ। ਸਤਿਗੁਰੂ ਜੀ ਨੇ ਵੇਖੀ ਕਿ ਸਾਡੇ ਤੇ ਇਸ ਮੌਕੇ ਤੇ ਨੇ ਬਹੁਤੀ ਭਾਵਨਾ ਕੀਤੀ ਹੈ, ਸ਼ਰਧਾ ਦੇ ਨਾਲ ਸੇਵਾ ਕੀਤੀ ਹੈ। ਫਿਰ ਅੰਤਰਜਾਮੀ ਸਤਿਗੁਰੂ ਜੀ ਨੇ ਇਹਨੂੰ ਪੁੱਛਿਆ ਹੈ। ਮਹਾਰਾਜ ਤਾਂ ਜਾਣਦੇ ਸੀ। ਸਤਿਗੁਰੂ ਕਹਿਣ ਲੱਗੇ ਕਿ ਕਿਹੜੇ ਪਾਸੇ ਚੱਲੇ ਸੀ? ਕਹਿਣ ਲੱਗਾ ਜੀ ਸਰੀਕੇ ਭਾਈਚਾਰੇ ਨਾਲ ਵੈਰ ਵਿਰੋਧ ਰਹਿੰਦਾ ਹੈ, ਉਹਨਾਂ ਨਾਲ ਲੜਨ ਚੱਲਿਆ ਸੀ। ਵੱਟ ਬੰਨੇ ਦਾ ਹੀ ਰੌਲਾ ਹੁੰਦਾ, ਜਾਂ ਘਰ ਦਾ ਜਾਂ ਕੋਈ ਵੱਟ ਜ਼ਮੀਨ ਜਾਇਦਾਦ ਦਾ, ਕੋਈ ਨਾ ਕੋਈ ਆਪਸ ਵਿੱਚ ਭਰਾਵਾਂ ਦਾ, ਕਿ ਉਹ ਥੋੜੀ ਜਿਹੀ ਗੱਲ ਤੋਂ ਫਿਰ ਵੱਡੀ ਬਣ ਜਾਂਦੀ ਹੈ ਤੇ ਫਿਰ ਉਹ ਗੱਲਾਂ ਤੋਂ ਹੀ ਅੱਗੇ ਫਿਰ ਲੜਾਈ ਝਗੜਾ ਹੋ ਜਾਂਦਾ। ਭਾਵੇਂ ਘਰ ਦੀ ਲੜਾਈ ਹੋਵੇ, ਭਾਵੇਂ ਬਾਹਰ ਦੀ ਹੋਵੇ, ਭਾਵੇਂ ਪਿੰਡਾਂ ਦੀ ਹੋਵੇ, ਭਾਵੇਂ ਦੇਸ਼ਾਂ ਦੀ ਹੋਵੇ, ਪਹਿਲਾਂ ਤੇ ਛੋਟੀ ਜਿਹੀ ਗੱਲ ਹੁੰਦੀ, ਉਹਦੇ ਤੋਂ ਹੀ ਵੱਡੀ ਬਣਦੀ। ਕਹਿੰਦਾ ਜੀ ਆਪਣੇ ਸ਼ਰੀਕੇ ਭਾਈਚਾਰੇ ਦੇ ਨਾਲ ਲੜਨ ਵਾਸਤੇ ਮੈਂ ਚੱਲਿਆ ਸਾ, ਚੜਿਆ ਸਾ ਜਿਸ ਵੇਲੇ ਮਹਾਰਾਜ ਚੱਲਿਆ ਤੇ ਉਧਰ ਸੀ ਤੇ ਪਤਾ ਲੱਗਾ ਵੀ ਆਪ ਜੀ ਇੱਥੇ ਆਏ ਹੋ। ਉਧਰ ਨਹੀਂ ਗਿਆ ਤੇ ਇਹਨੂੰ ਆ ਗਿਆ ਆਪ ਜੀ ਦੇ ਦਰਸ਼ਨ ਕਰਨ ਵਾਸਤੇ। ਆਪ ਜੀ ਦੇ ਦਰਸ਼ਨ ਹੋ ਗਏ। ਮਹਾਰਾਜ ਆਪ ਜੀ ਦੇ ਦਰਸ਼ਨਾਂ ਦੀ ਲਾਲਸਾ ਹੋਈ ਹਿਰਦੇ ਵਿੱਚ ਕਿ ਕੋਈ ਨਹੀਂ ਲੜ ਤੇ ਫੇਰ ਵੀ ਲਵਾਂਗੇ ਤੇ ਦਰਸ਼ਨ ਕਰ ਲਈਏ ਮਹਾਰਾਜ ਦੇ। ਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਜੀ। ਤੇ ਮਹਾਰਾਜ ਸਾਹਿਬ ਜੀ ਨੇ ਇਹ ਉਹਦੀ ਗੱਲਬਾਤ ਸੁਣ ਕੇ ਫਿਰ ਸਤਿਗੁਰੂ ਜੀ ਨੇ ਸ਼੍ਰੇ ਸੁੱਖ ਦੀ ਗੱਲ ਕਹੀ ਕਿ ਸੁੱਖ ਹੋਵੇ, ਕਲਿਆਣ ਹੋਵੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਜੋ ਸ਼ਤਰੂ ਹੈ ਨਾ ਤੇਰਾ, ਜਿਹਦੇ ਨਾਲ ਤੇਰਾ ਵੈਰ ਵਿਰੋਧ ਆਪਣੇ ਨਾਲ ਹੀ, ਉਹ ਤੇਰੇ ਸ਼ਤਰੂਆਂ ਨੇ ਸਵੇਰੇ ਚੜ੍ਹਾਈ ਕਰਕੇ ਆਉਣਾ ਤੇਰੇ ਉੱਤੇ। ਮਹਾਰਾਜ ਕਹਿੰਦੇ ਤੈਨੂੰ ਜਾਣ ਦੀ ਲੋੜ ਨਹੀਂ, ਉਹਨਾਂ ਕੱਲ ਨੂੰ ਤੇਰੇ ਕੋਲੇ ਆ ਜਾਣਾ, ਇੱਥੇ ਆ ਕੇ ਤੇਰੇ ਨਾਲ ਲੜਾਈ ਮਚਾਉਣਗੇ। ਪਰ ਤੈਨੂੰ ਇੱਕ ਬਚਨ ਕਹਿੰਦੇ ਆ, ਤੂੰ ਬੜੇ ਭਾਵਨਾ ਦੇ ਨਾਲ ਸਾਡੇ ਦਰਸ਼ਨ ਕਰਨ ਵਾਸਤੇ ਆਇਆ ਤੇ ਭਾਵਨਾ ਨਾਲ ਸੇਵਾ ਕੀਤੀ ਹੈ, ਤੇ ਜੇ ਹੁਣ ਬਚਨ ਮੰਨੇਗਾ ਤੇ ਤੇਰੀ ਰੱਖਿਆ ਹੋਵੇ। ਮਹਾਰਾਜ ਕਹਿੰਦੇ ਵੀ ਕੱਲ ਨੂੰ ਉਹਨਾਂ ਚੜ੍ਹਾਈ ਕਰਕੇ ਤੇਰੇ ਆਉਣਾ ਵਾ ਇੱਥੇ ਨਗਰ ਤੇ ਤੁਹਾਡੇ ਨਾਲ ਲੜਨ ਵਾਸਤੇ, ਤੇ ਜਿਸ ਵੇਲੇ ਉਹ ਆਉਣਗੇ ਤੇ ਤੂੰ ਨਹੀਂ ਜਾਣਾ ਲੜਨ ਵਾਸਤੇ, ਅੱਗੋਂ ਤੂੰ ਲੜਾਈ ਨਹੀਂ ਕਰਨੀ ਹੈ। ਹਾਂ ਜਦੋਂ ਚੜ ਕੇ ਆਉਣਗੇ ਤੇਰੇ ਪਿੰਡ ਵਾਲਿਆਂ ਨੇ ਉਹਨਾਂ ਦਾ ਮੁਕਾਬਲਾ ਕਰਨਾ, ਬਾਕੀ ਸਾਰਿਆਂ ਨੂੰ ਜਾਣਦੇ, ਪਰ ਤੂੰ ਨਾ ਜਾਵੀਂ। ਹਾਂ ਜਿਸ ਵੇਲੇ ਲੜਨਗੇ ਤੇਰੇ ਪਿੰਡ ਵਾਲੇ, ਪਰ ਇਹ ਹਾਰਨਗੇ ਨਹੀਂ, ਤੂੰ ਨਾ ਅੱਗੇ ਜਾਵੀਂ। ਨਗਰ ਦਾ ਮੁਖੀਆ ਸੀ, ਮਹਾਰਾਜ ਕਹਿੰਦੇ ਤੂੰ ਨਾ ਜਾਵੀਂ, ਪਰ ਤੇਰੇ ਨਗਰ ਵਾਲੇ ਅੜਨਗੇ ਉਹਨਾਂ ਨਾਲ, ਤੇਰੇ ਦੁਸ਼ਮਣਾਂ ਨਾਲ, ਤੇ ਹਾਰਨਗੇ ਨਹੀਂ। ਹਾਂ ਬਲ ਵਰਤਣਗੇ ਤੇ ਰੋਕ ਕੇ ਰੱਖਣਗੇ ਦੁਸ਼ਮਣ ਨੂੰ। ਤੂੰ ਘਰੇ ਬੈਠੇ ਰਹਿਣਾ ਵਾ, ਤੂੰ ਨਹੀਂ ਜਾਣਾ। ਪਰ ਜੇ ਤੂੰ ਸਾਡਾ ਵਰਜਿਆ ਹੋਇਆ ਆਪਣੇ ਘਰ ਦੇ ਵਿੱਚ ਨਾ ਰਿਹਾ ਤੇ ਕੱਲ ਨੂੰ ਫਿਰ ਜੇ ਤੂੰ ਚਲੇ ਗਿਆ ਨਾ ਲੜਨ ਵਾਸਤੇ ਤੇ ਤੇਰੀ ਮੌਤ ਹੋ ਜਾਣੀ, ਤੇਰੇ ਪ੍ਰਾਣ ਨਾਸ ਹੋ ਜਾਣੇ ਹਨ। ਇਸ ਕਰਕੇ ਤੇਰਾ ਭਾਈ ਜਾਣਾ ਯੋਗ ਨਹੀਂ, ਤੂੰ ਨਾ ਜਾਵੀਂ। ਪੜੀ ਚੱਲੋ। ਤਾਂ ਬਾਕੀ ਜਿਹੜੇ ਹਨ ਉਹ ਇਹ ਯੁੱਧ ਕਰਨਗੇ। ਉਹਨੇ ਲੜੋ ਕਰ ਯੁੱਧ ਮਹਾਨਾ। ਜਦੋਂ ਕੱਲ ਦੀ ਲੜਾਈ 'ਚ ਤੂੰ ਨਾ ਗਿਆ ਤੇ ਬਾਅਦ ਵਿੱਚ ਤੂੰ ਯੁੱਧ ਕਰੀ, ਫਿਰ ਤੇਰੇ ਦੁਸ਼ਮਣਾਂ ਦੇ ਉੱਤੇ ਜਿੱਤ ਹਾਸਲ ਹੋ ਜਾਵੇਗੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਤੋਂ ਇਹ ਬਚਨ ਸੁਣ ਕਰਕੇ ਵੀ ਮਹਾਰਾਜ ਨੇ ਪਹਿਲਾਂ ਦੱਸ ਦਿੱਤਾ ਵਾ, ਹੁਣ ਮੇਰਾ ਬਚਾਅ ਹੋ ਜਾਵੇਗਾ, ਤੇ ਖੁਸ਼ ਹੋਇਆ। ਵਾਰ-ਵਾਰ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ। ਉੱਠ ਕੇ ਆਪਣੇ ਘਰ ਨੂੰ ਚਲੇ ਗਿਆ ਹੈ। ਸੁੱਖ ਦੇ ਨਾਲ ਸੌਂ ਕੇ ਰਾਤ ਬਤੀਤ ਕੀਤੀ। ਸਵੇਰ ਦਾ ਸਮਾਂ ਜਦੋਂ ਹੋਇਆ ਤੇ ਸੋਚਾਚਾਰ ਕੀਤਾ, ਇਸ਼ਨਾਨ ਕੀਤਾ।
ਤੇਰਾ ਜਦੋਂ ਦਿਨ ਚੜਿਆ ਤੇ ਉਹ ਗੱਲ ਹੋਈ ਕਪੂਰੇ ਦਾ ਕੁਝ ਦਾਲ ਆਮ ਸਭਾਇਓ ਸਿੱਕੇ ਤੇਰਾ ਉਹ ਜਿਹੜਾ ਸ਼ਰੀਕੇ ਭਾਈਚਾਰੇ ਦਾ ਝਗੜਾ ਸੀ ਨਾ, ਉਹਦੇ ਕਰਕੇ ਕਹਿੰਦੇ ਵੀ ਕਪੂਰੇ ਦੀ ਫੌਜ ਜਿਹੜੀ ਉਹ ਆ ਕੇ ਲੜਾਈ ਕਰਨ ਲੱਗ ਪਈ। ਸਤਿਗੁਰ ਰਾਮ ਕੇ ਵੀ ਪਠਾਏ ਇਹਨੇ ਆਪਣੇ ਨਗਰ ਦੇ ਜਿਹੜੇ ਸੂਰਬੀਰ ਸੀ ਉਹ ਸਾਰੇ ਭੇਜ ਦਿੱਤੇ ਲੜਨ ਵਾਸਤੇ ਵੀ ਨਗਰ ਵਾਲੇ ਤੁਸੀਂ ਚੱਲ ਕੇ ਮੁਕਾਬਲਾ ਕਰੋ, ਮੈਂ ਨਹੀਂ ਜਾਣਾ, ਮੈਨੂੰ ਗੁਰੂ ਸਾਹਿਬ ਨੇ ਰੋਕਿਆ ਹੈ। ਆਪ ਨਾ ਗਏ ਨਦਰ ਘਰ ਖਾਏ ਆਪ ਨਾ ਗਿਆ, ਆਪਣੇ ਘਰ ਵਿੱਚ ਹੀ ਰਿਹਾ। ਉੱਥੇ ਅੰਦਰ ਹੋਏ ਪਰਵੇਸ਼ ਆਪਣੇ ਕੋਠੇ ਦੇ ਅੰਦਰ ਪ੍ਰਵੇਸ਼ ਕਰ ਗਿਆ, ਬੈਠ ਰਹੇ ਕਰਮਾਨ ਵਿਸ਼ੇਸ਼ ਚੁੱਪ ਕਰਕੇ ਬੈਠਾ ਰਿਹਾ। ਸਹਿਜ ਕਰਿਓ ਇਨਸਾਨ ਲੜਾਈ ਤੇ ਨਗਰ ਦੇ ਬਾਹਰ-ਬਾਹਰ ਕਪੂਰੇ ਦੀ ਫੌਜ ਦੇ ਨਾਲ ਪਿੰਡ ਵਾਲਿਆਂ ਦੀ ਘਮਸਾਨ ਦੀ ਲੜਾਈ ਹੋਣ ਲੱਗੀ। ਜਾਂਦਾ ਬਮਨੀ ਜਾ ਚਲਾਈ ਦੋਵਾਂ ਪਾਸਿਓਂ ਕਹਿੰਦੇ ਵੀ ਜਵਾਲਾ ਬਮਣੀ, ਅੱਗ ਉਗਲਛਣ ਵਾਲੀਆਂ ਬੰਦੂਕਾਂ ਚੱਲੀਆਂ। ਦਰਦ ਸਰੀਕੋ ਤੇ ਤਿਸਕਾਰਾ ਡਰਦੀ ਹੋਈ ਜਿਹੜੀ ਇਹਦੀ ਘਰ ਵਾਲੀ ਹੈ ਉਹ ਸ਼ਰੀਕੇ ਤੋਂ ਜਿਸ ਘਰ ਪਤ ਤੋਂ ਨਿਠਲ ਉਚਾਰਾ ਗੁੱਸਾ ਧਾਰਨ ਕਰਕੇ ਤੇ ਆਪਣੇ ਪਤੀ ਨੂੰ ਫਿਰ ਕਠੋਰ ਜੇ ਬੋਲ ਬੋਲਣ ਲੱਗੀ। ਸਿਰ ਕੀ ਬਾਗ ਸ਼ਸਤਰ ਨਿਜ ਸਾਰੇ ਕਹਿੰਦੀ ਹੈ ਵੀ ਆਪਣੇ ਸਿਰ ਵਾਲੀ ਪੱਗ ਤੇ ਆਪਣੇ ਸਰੀਰ ਤੇ ਪਹਿਨੇ ਹੋਏ ਸਾਰੇ ਸ਼ਸਤਰ ਮੁਝਕੋ ਦਿਨ ਕਰੋ ਤਨ ਧਾਰੇ ਤੇ ਮੈਨੂੰ ਦੇ ਦੇ, ਤੁਸੀਂ ਮੈਨੂੰ ਦੇ ਦਿਓ ਤੇ ਪੱਗ ਵੀ ਮੈਂ ਬੰਨ ਲਵਾਂ ਤੇ ਸ਼ਸਤਰ ਵੀ ਤੇਰੇ ਮੈਂ ਆਪਣੇ ਸਰੀਰ ਤੇ ਧਾਰਨ ਕਰ ਲਵਾਂ। ਪੈਰ ਘਰ ਦੀ ਲਿਓ ਛਲੋਟੀ ਯਾਰ ਮੇਰੀ ਘੱਗਰੀ ਤੂੰ ਪਹਿਨ ਲਾ, ਮੇਰੇ ਜਿਹੜੇ ਬਸਤਰ ਵਾ ਤੂੰ ਪਹਿਨ ਲਾ ਸਾਰੇ, ਤੇ ਪਹਿਨ ਕੇ ਲਿਓ ਛਲੋਟੀ ਅੱਗੇ ਚੱਲ ਭਾਈ। ਦੂਰੋਂ ਬੈਠ ਹੋਏ ਬਾਤ ਨਾ ਟੋਟੀ ਤਾਂ ਫਿਰ ਇਹ ਮੇਰੇ ਬਸਤਰ ਪਹਿਨ ਕਰਕੇ ਇਹਨੇ ਨਾਲ ਹੀ ਸਮਝ ਲਈ ਦੀ ਗੱਲ ਵੀ ਇਸਤਰੀ ਦੇ ਜਿਹੜੇ ਬਸਤਰ ਵਾ, ਉਹਨੇ ਆਖਿਆ ਮੇਰੇ ਸਾਰੇ ਬਸਤਰ ਕਹਿਣ ਦੀ ਲੋੜ ਨਹੀਂ ਪੈਂਦੀ, ਵੀ ਮੇਰੇ ਬਸਤਰ ਸਾਰੇ ਪਹਿਨ ਕੇ ਤੂੰ ਇੱਥੇ ਬੈਠ ਜਾ ਤੇ ਜਿਹੜੇ ਆਪਣੇ ਬਸਤਰ ਉਹ ਮੈਨੂੰ ਦੇ ਦੇ, ਪੱਗ ਵੀ ਆਪਣੀ ਦੇ ਦੇ, ਆਪਣੇ ਹਥਿਆਰ ਵੀ ਦੇ ਦੇ। ਤੇ ਇਸ ਕਰਕੇ ਇਹਦੇ 'ਚ ਕੋਈ ਗੱਲ ਖੋਟੀ ਨਹੀਂ ਹੋਗੀ ਕਿ ਮਰਦਾਵਾ ਜਿਹੜਾ ਪਹਿਰਾਵਾ ਉਹ ਪਹਿਨ ਕੇ ਤੇ ਫਿਰ ਤੇ ਨਾ ਲੁਕ ਕੇ ਬੈਠ। ਉਹ ਗੁੱਸੇ ਵਿੱਚ ਆ ਕੇ ਬੋਲਣ ਲੱਗ ਪਈ ਕਿ ਤੂੰ ਮਰਦ ਹੋ ਕੇ ਅੰਦਰ ਲੁਕ ਕੇ ਬੈਠ ਗਿਆ। ਘਰ ਵਾਲੇ ਕਿਸੇ ਥਾਂ ਤੇ ਬੈਠਣਾ ਵੀ ਪੈਂਦਾ ਹੈ, ਕਿਉਂਕਿ ਮਹਾਰਾਜ ਦਾ ਬਚਨ ਹੋਇਆ ਸੀ ਵੀ ਬਹਿ, ਤੇ ਉਦੋਂ ਬੈਠਾ ਰਹਿੰਦਾ। ਪਰ ਉਹ ਘਰ ਵਾਲੀ ਜਿਹੜੀ ਉਹ ਤਾਨੇ ਮਾਰਨ ਲੱਗ ਪੈਂਦੀ, ਕਹਿੰਦੀ ਵੀ ਮੇਰੇ ਬਸਤਰ ਪਹਿਨ ਲਾ ਤੇ ਫਿਰ ਆਪਣੇ ਘਰ ਵਿੱਚ ਇੱਥੇ ਲੁਕ ਕੇ ਬੈਠ। ਫਿਰ ਗੱਲ ਖੋਟੀ ਨਹੀਂ ਹੋਵੇਗੀ ਜੇ ਤੂੰ ਜਨਾਨੀਆਂ ਦੇ ਬਸਤਰ ਪਹਿਨ ਕੇ ਅੰਦਰ ਲੁਕ ਕੇ ਬੈਠੇਗਾ। ਤਾਂ ਜੇ ਹੁਣ ਸ਼ਰੀਕ ਆ ਕੇ ਤੇ ਦਰਵਾਜ਼ੇ ਮੂਹਰੇ ਲੜਨ ਲੱਗ ਪਏ ਹਨ, ਚੰਗਾ ਤੂੰ ਮੇਰਾ ਮਰਦ ਹੈ, ਚੰਗਾ ਤੂੰ ਮੇਰਾ ਪਤੀ ਹੈ, ਤੂੰ ਅੰਦਰ ਲੁਕ ਕੇ ਬੈਠਾ ਹੈ, ਸਿਰ ਤੇ ਪੱਗ ਬੰਨ੍ਹ ਕੇ ਸਰੀਰ ਤੇ ਹਥਿਆਰ ਧਾਰਨ ਕਰਕੇ ਸ਼ਰੀਕੇ ਬੂਹੇ ਅੱਗੇ ਲੜਨ ਲੱਗ ਪਏ ਆ ਕੇ। ਸ਼ਰੀਕਾ ਭਾਈਚਾਰਾ ਤੂੰ ਤਾਂ ਸਾਰੇ ਖਾਨਦਾਨ ਦੀ ਲਾਜ ਜਿਹੜੀ ਹੈ ਉਹ ਨਾਸ ਕਰਕੇ ਬੈਠ ਗਿਆ ਹੈ। ਤੂੰ ਤਾਂ ਇਸ ਤਰ੍ਹਾਂ ਬੈਠ ਗਿਆ ਜਿਵੇਂ ਤੇਰਾ ਸਰੀਰ ਹੀਜੜੇ ਦਾ ਹੋਵੇ, ਤੂੰ ਤਾਂ ਖੁਸਰਾ ਬਣ ਕੇ ਬੈਠ ਗਿਆ ਹੈ। ਇਸ ਤੋਂ ਬਾਅਦ ਕਿ ਜਦੋਂ ਬੜੇ ਘਰ ਵਾਲੀ ਨੇ ਕਠੋਰ ਬੋਲ ਬੋਲੇ, ਇਸਤਰੀ ਦੇ ਬੋਲ ਸਹਾਰ ਨਾ ਸਕਿਆ। ਉਸੇ ਵੇਲੇ ਸ਼ਸਤਰ ਸਜਾ ਲਏ ਤੇ ਘੋੜੇ ਤੇ ਚੜ ਗਿਆ। ਆਪਣੇ ਘਰ ਵਾਲੀ ਦੀ ਇਹ ਬੋਲੀ ਸੁਣ ਕਰਕੇ ਜਿੱਥੇ ਯੁੱਧ ਮਚਿਆ ਹੋਇਆ ਸੀ ਨਾ, ਵੀਰ ਰਸ ਮਚਿਆ ਹੋਇਆ ਸੀ, ਵਧਿਆ ਹੋਇਆ ਸੀ, ਉੱਥੇ ਜਾ ਕੇ ਵੀ ਲੜਨ ਲੱਗ ਪਿਆ। ਫਿਰ ਇਹਦੇ ਗੋਲੀਆਂ ਵੱਜਦੀਆਂ ਤੇ ਉਹ ਕਿਵੇਂ ਫਿਰ ਇਹਦੀ ਮੌਤ ਹੁੰਦੀ ਹੈ, ਉਹ ਸਾਧ ਸੰਗਤ ਜੀ ਅੱਗੇ ਪ੍ਰਸੰਗ ਵਿੱਚ ਆਵੇਗਾ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣਿਆ ਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇ। ਏ ਗੋਬਿੰਦ ਏ ਗੋਪਾਲ हे दयाल लाल प्राणनाथ अनाथ सखे दीन दर्द निवार। हे समरथ अगम पूरन मोहे मया धार। अंधकूप महापयान नानक पारे उतार।
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।